साध जना की अचरज कथा सुनियो मेरे मीता जी महिमा सतसंग दी। सुनियो मेरे मीता जी महिमा सतसंग दी। मेरे मीता जी महिमा सतसंग दी। सुनियो मेरे मीता जी महिमा सतसंग दी। मेरे मीता जी महिमा सतसंग दी। सुनो मेरे मीता जी महिमा सतसंग दी। मेरे मीता जी महिमा सतसंग दी। सुन मेरे मीता जी महिमा सतसंग दी। सुन मेरे मीता सुन मेरे मीता सुन मेरे मीता सुन मेरे मीता। सुन मेरे मीता सुन मेरे मीता सुन मेरे मीता सुन मेरे मीता। मेरे मीता सुन 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 मेरे मीता। सुन मेरे मीता सुन मेरे मीता सुन मेरे मीता सुन मेरे मीता। मेरे मीता जी महिमा सतसंग दी। सुनियो मेरे मीता जी महिमा सतसंग दी। 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 पिंगल पर्वत पार परे खल चतर बकीता अंदले तिर भावन सूझिया गुर पेट पनीता। महिमा साधु संग की सुनियो मेरे मीता। सुनियो मेरे मीता जी महिमा सतसंग दी। सुनियो मेरे मीता जी महिमा सतसंग दी। मेरे मीता जी महिमा सतसंग दी। सुनियो मेरे मीता जी महिमा सतसंग दी। मेरे मीता जी महिमा सतसंग दी। सुनियो मेरे मीता जी महिमा सतसंग दी। सुनियो मेरे मीता जी महिमा सतसंग दी। सुनियो मेरे मीता जी महिमा सतसंग दी। मेरे मीता जी महिमा सतसंग दी। सुनियो मेरे मीता जी महिमा सतसंग दी। मेरे मीता जी महिमा सतसंग दी। सुनियो मेरे मीता जी महिमा सतसंग दी। सुन मेरे मीता सुन मेरे मीता सुन मेरे मीता सुन मेरे मीता। मेरे मीता सुन 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 मेरे मीता। सुन मेरे मीता सुन मेरे मीता सुन मेरे मीता सुन मेरे मीता। सुन मेरे मीता सुन मेरे मीता सुन मेरे मीता सुन मेरे मीता
ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ। ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ। ਹੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ, ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਸੰਗਤ ਰੂਪ ਦੇ ਵਿੱਚ ਬਾਲੀਏ ਦੋ ਜਹਾਨ, ਗੁਰੂਆਂ ਦੇ ਗੁਰੂ, ਧਾਰਮਿਕ ਗ੍ਰੰਥਾਂ ਦੇ ਸੁਆਮੀ, 10 ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਗੁਰਤਾ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਔਰ ਪਵਿੱਤਰ ਦਰਬਾਰ ਵਿੱਚ ਆਪਣੇ ਘਰ ਦੇ ਕੰਮਕਾਰ ਸੰਕੋਚ ਕੇ, ਆਲਸ ਅਤੇ ਨੀਂਦ ਦਾ ਤਿਆਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ। ਸੋ ਆਪਣੀ ਰਸਨਾ ਨੂੰ ਸਫਲ ਔਰ ਪਵਿੱਤਰ ਕਰਨ ਵਾਸਤੇ ਗੱਜ ਵੱਜ ਕੇ ਗੁਰੂ ਫਤਿਹ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਰੱਬੀ ਬਾਣੀ ਦਾ, ਇਲਾਹੀ ਬਾਣੀ ਦਾ, ਅਕਾਲੀ ਬਾਣੀ ਦਾ ਹਰੀ ਜਸ ਕੀਰਤਨ ਅਤੇ ਮਹਾਂਪੁਰਸ਼ਾਂ ਤੋਂ ਕਮਾਏ ਹੋਏ ਵਚਨ ਸੁਣ ਰਹੇ ਸੀ, ਜਿਨ੍ਹਾਂ ਨੇ ਆਪਣੀ ਜੀਵਨ ਵਿੱਚ, ਆਪਣੀ ਜ਼ਿੰਦਗੀ ਵਿੱਚ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦਾ ਨਾਮ ਲਿਆਂ ਤੇ ਰਸਨਾ ਪਵਿੱਤਰ ਹੋ ਜਾਂਦੀ ਹੈ, ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ। ਸਾਧ ਸੰਗਤ ਜੀ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਉਹਨਾਂ ਦੇ ਜੀਵਨ ਵਿੱਚ ਰਹਿ ਕੇ, ਚਰਨਾਂ ਵਿੱਚ ਰਹਿ ਕੇ, ਉਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ ਜੋ ਆਨੰਦ ਮਾਣਿਆ, ਸਾਧ ਸੰਗਤ ਜੀ ਜੀਵਨ ਦਾ ਪ੍ਰੈਕਟੀਕਲ ਮਹਾਂਪੁਰਸ਼ਾਂ ਤੋਂ ਸਰਵਣ ਕਰ ਰਹੇ ਸੀ। ਨਗਰ ਦੀਆਂ ਸੰਗਤਾਂ ਨੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਘੇਲ ਸਿੰਘ ਜੀ ਮਹਾਰਾਜ, ਉਹਨਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਸਰਬੱਤ ਸੰਗਤਾਂ ਨੇ ਇਕੱਤਰ ਹੋ ਕੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਹਨ। ਇਸ ਕਰਕੇ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਇਹ ਜੋ 2 ਦਿਨ ਦਾ ਕਥਾ ਸਮਾਗਮ ਹੈ, ਕੀਰਤਨ ਹੈ, ਸੰਗਤਾਂ ਨੇ ਲਾਹੇ ਲੈਣੇ ਨੇ। ਆਪ ਸਰਬੱਤ ਸੰਗਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਰਵਣ ਭਗਤੀ ਦਾ ਆਨੰਦ ਮਾਣ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 9 ਤਰ੍ਹਾਂ ਦੀ ਭਗਤੀ ਦਾ ਜ਼ਿਕਰ ਆਉਂਦਾ ਹੈ। ਭਗਤ ਨਵੇਂ ਪ੍ਰਕਾਰਾ, ਪੰਡਤ ਵੇਦ ਪੁਕਾਰਾ, ਕਿ 9 ਤਰੀਕਿਆਂ ਦੁਆਰਾ ਭਗਤੀ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਭਗਤੀ ਹੈ ਸਰਵਣ ਭਗਤੀ। ਸਵਾਬ ਸਰਬੱਤ ਸੰਗਤਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਵਡਮੁੱਲੇ ਵਚਨ ਸਰਵਣ ਭਗਤੀ ਦਾ ਆਨੰਦ ਮਾਣ ਰਹੇ ਹੋ। ਮਹਾਂਪੁਰਸ਼ਾਂ ਦੀ ਯਾਦ ਹੈ, ਕਿਉਂਕਿ ਐਸੇ ਜਿਹੜੇ ਸਤਿਪੁਰਸ਼ ਹੁੰਦੇ ਨੇ, ਗੁਰਸਿੱਖ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਨਾਨਕ ਦੇ ਬਚਨ ਕਮਾਏ, ਗੁਰੂ ਨਾਨਕ ਦੇ ਸਿੱਖੀ ਕਮਾ ਕੇ ਦਿਖਾਈ, ਉਹਨਾਂ ਦੀ ਕਥਾ, ਉਹਨਾਂ ਦੀਆਂ ਕਹਾਣੀਆਂ, ਉਹਨਾਂ ਦਾ ਜੀਵਨ ਕੋਈ ਵਰਣਨ ਕਰ ਤਾਂ ਨਹੀਂ ਸਕਦਾ, ਕਿਉਂਕਿ ਸਤਿਗੁਰਾਂ ਨੇ ਬਾਣੀ ਵਿੱਚ ਕਹਿ ਦਿੱਤਾ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਉਹਨਾਂ ਦੇ ਗੁਣ ਗਾਇਨ ਕੀਤੇ ਤਾਂ ਨਹੀਂ ਜਾ ਸਕਦੇ। ਜਦੋਂ ਸੰਤ ਜੀ ਮਹਾਰਾਜ, ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਜੀਵਨ ਲਿਖਣਾ ਸ਼ੁਰੂ ਕੀਤਾ, ਸਾਧ ਸੰਗਤ ਜੀ ਮਹਾਂਪੁਰਸ਼ ਕਹਿੰਦੇ, ਭਾਈ ਤੁਸੀਂ ਸਾਡੇ ਬਾਹਰਲੇ ਜੀਵਨ ਦੀਆਂ ਕਥਾ ਕਹਾਣੀਆਂ ਲਿਖ ਸਕਦੇ ਹੋ, ਜੋ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ, ਪ੍ਰਵਚਨ ਕਰਦੇ ਹਾਂ ਸੰਗਤ ਨੂੰ, ਪਰ ਸਾਡੀ ਜਿਹੜੀ ਅੰਦਰੂਨੀ ਤਾਕਤ ਹੈ ਉਹਨੂੰ ਕੋਈ ਕਿਵੇਂ ਲਿਖੇਗਾ, ਕਿਉਂਕਿ ਉਹ ਕਹਿਣ ਕਥਨ ਤੋਂ ਪਰੇ ਹੁੰਦੀ ਹੈ ਗੱਲ। ਫਿਰ ਸ੍ਰੀਮਾਨ ਸੰਤ ਬਾਬਾ ਬਘੇਲ ਸਿੰਘ ਜੀ ਮਹਾਰਾਜ, ਸਾਧ ਸੰਗਤ ਜੀ, ਇੱਕ ਆਪਣਾ ਨਗਰ ਨਹੀਂ, ਚਲੋ ਇਹ ਤਾਂ ਦੁਨਿਆਵੀ ਇੱਥੇ ਰਿਸ਼ਤੇਦਾਰੀ ਵੀ ਹੈ, ਮਹਾਂਪੁਰਸ਼ਾਂ ਦੇ ਨਾਨਕੇ ਸਨ, ਪਰ ਤੁਸੀਂ ਉਹਨਾਂ ਦੇ ਜੀਵਨ ਵਿੱਚ ਰਾੜਾ ਸਾਹਿਬ ਜਾਂਦੇ ਰਹੇ ਹੋ, ਦੇਖਦੇ ਰਹੇ ਹੋ। ਸਾਧ ਸੰਗਤ ਜੀ, ਉਹਨਾਂ ਦੇ ਚਰਨਾਂ ਦੇ ਵਿੱਚ ਤਾਂ ਸੰਗਤਾਂ ਇਸ ਤਰ੍ਹਾਂ ਆ ਕੇ ਢਹਿੰਦੀਆਂ ਸਨ, ਜਿਵੇਂ ਛੋਟੇ ਸੰਤ ਜੀ ਮਹਾਰਾਜ ਨੂੰ ਸੰਗਤ ਨਮਸਕਾਰਾਂ ਕਰਦੀ ਸੀ ਲਾਈਨ ਵਿੱਚ ਲੱਗ ਕੇ। ਦਾਸ ਨੂੰ ਵੀ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਭਾਵੇਂ ਉਮਰ ਛੋਟੀ ਸੀ, ਪਰ ਇੰਨਾ ਕੁ ਜ਼ਰੂਰ ਯਾਦ ਹੈ ਵੀ ਨਮਸਕਾਰ ਕਰਨ ਲੱਗਿਆਂ ਨੂੰ 1.5 ਘੰਟਾ ਪੌਣੇ 2 ਘੰਟੇ ਲੱਗ ਗਏ ਸੀ, ਇੰਨੀ ਵੱਡੀ ਲਾਈਨ ਲੱਗੀ ਹੋਈ ਸੀ। ਉਸ ਲਾਈਨ ਵਿੱਚੋਂ ਇੱਧਰ ਉੱਧਰ ਜਾਇਆ ਵੀ ਨਹੀਂ ਸੀ ਜਾ ਸਕਦਾ, ਪਰ ਉਹਨਾਂ ਸਤਿਪੁਰਸ਼ਾਂ ਦੇ ਚਰਨਾਂ ਵਿੱਚ ਰਹਿ ਕੇ, ਜਿਨ੍ਹਾਂ ਨੇ ਗੁਰਸਿੱਖੀ ਦੀ ਕਮਾਈ ਕੀਤੀ। ਸਾਧ ਸੰਗਤ ਜੀ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀਅਤ ਭੀੜੀ, ਉੱਥੇ ਟਿਕੈ ਨਾ ਭੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਭਾਈ ਗੁਰਦਾਸ ਜੀ ਕਹਿੰਦੇ, ਜਿਹੜੀ ਗੁਰਸਿੱਖੀ ਦੀ ਕਮਾਈ ਹੈ ਨਾ, ਬਹੁਤ ਕਠਿਨ ਹੈ। ਗੁਰੂ ਅਮਰਦਾਸ ਮਹਾਰਾਜ ਨੇ ਵੀ ਫਰਮਾਨ ਕੀਤਾ, ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ। ਬੜੀ ਔਖੀ ਹੈ ਸਿੱਖੀ ਕਮਾਉਣੀ, ਪਰ ਜਿਨ੍ਹਾਂ 'ਤੇ ਗੁਰੂ ਨਾਨਕ ਕਿਰਪਾ ਕਰੇ, ਸਾਧ ਸੰਗਤ ਜੀ, ਮਾਣ ਵਾਲੀ ਗੱਲ ਤਾਂ ਕੋਈ ਕਰ ਨਹੀਂ ਸਕਦਾ ਗੁਰੂ ਘਰ ਦੇ ਵਿੱਚ, ਪਰ ਜਿਹਦੇ ਗੁਰੂ ਕਿਰਪਾ ਕਰੇ ਉਹੀ ਸਿਮਰਨ ਕਰ ਸਕਦਾ ਹੈ, ਉਹੀ ਸੇਵਾ ਕਰ ਸਕਦਾ ਹੈ, ਉਹੀ ਗੁਰਸਿੱਖੀ ਦੀ ਕਮਾਈ ਕਰ ਸਕਦਾ ਹੈ। ਅੱਜ ਇੱਕ ਹੋਰ ਵੀ ਪੁਰਬ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ। ਅੱਜ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਵਿੱਚ, ਸਾਧ ਸੰਗਤ ਜੀ, ਇੱਕ ਵਚਨ ਸੁਣਿਆ ਸੀ ਭਾਈ ਜੋਧ ਤੋਂ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ, ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇਸ ਪੌੜੀ ਦਾ
ਭਾਈ ਜੋਧ ਤੋਂ ਪਾਠ ਸਰਵਣ ਕੀਤਾ ਸੀ ਭਾਈ ਲਹਿਣਾ ਜੀ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਇੰਨਾ ਆਨੰਦ ਆਇਆ, ਮਨ ਖਿੱਚਿਆ ਗਿਆ। ਸਾਧ ਸੰਗਤ ਜੀ, ਜੇ ਨਿਸ਼ਾਨਾ ਸਹੀ ਹੋਵੇ ਨਾ, ਹਿਰਦੇ ਦੇ ਵਿੱਚ ਸੱਚ ਹੋਵੇ, ਭਾਵੇਂ ਕਈ ਵਾਰੀ ਰਸਤਾ ਹੋਰ ਵੀ ਹੁੰਦਾ, ਪਰ ਜੇ ਸੱਚ ਹੋਵੇ ਉਹ ਸੱਚ ਦੇ ਰਸਤੇ 'ਤੇ ਪਹੁੰਚ ਜਾਂਦਾ ਹੈ। ਹੁਣ ਭਾਈ ਲਹਿਣਾ ਜੀ ਭਾਵੇਂ ਦੇਵੀ ਦੇ ਚਾਲੇ ਜਾਂਦੇ ਸਨ, ਗੁਰੂ ਅਮਰਦਾਸ ਮਹਾਰਾਜ ਵੀ 22 ਸਾਲ ਗੰਗਾ ਦੀ ਯਾਤਰਾ ਕਰਦੇ ਰਹੇ। 22 ਸਾਲ। ਭਗਤ ਧੰਨਾ ਜੀ ਦੇਖ ਲਓ, ਬਾਹਮਣ ਨੂੰ ਇਹ ਸੁਣਨ ਜਾਂਦੇ ਸੀ, ਪੰਡਤ ਨੂੰ ਪੱਥਰ ਦੀ ਪੂਜਾ ਵਿੱਚ ਲਾ ਦਿੱਤਾ ਸੀ। ਪਰ ਹਿਰਦੇ ਵਿੱਚ ਸੱਚ ਹੋਵੇ, ਜਿਹਦੀ ਸੁਰਤੀ ਬਿਰਤੀ ਸੱਚੀ ਹੈ ਨਾ, ਸਾਧ ਸੰਗਤ ਜੀ, ਉਹਨੂੰ ਸੱਚਾ ਪਰਮਾਤਮਾ ਆ ਕੇ ਮਿਲ ਹੀ ਜਾਂਦਾ ਹੈ, ਉਹਨੂੰ ਸੱਚ ਦਾ ਰਸਤਾ ਪ੍ਰਾਪਤ ਹੋ ਜਾਂਦਾ ਹੈ। ਭਾਈ ਲਹਿਣਾ ਜੀ ਭਾਈ ਜੋਧ ਤੋਂ ਬਾਣੀ ਸੁਣੀ, ਬਾਣੀ ਦੇ ਐਸੇ ਤੀਰ ਵੱਜੇ, ਜਿਵੇਂ ਮਹਾਂਪੁਰਸ਼ ਸੁਣਾ ਰਹੇ ਸੀ ਨਾ, ਕਿ ਬਾਣੀ ਦੇ ਜਦੋਂ ਤੀਰ ਵੱਜਦੇ ਨੇ, ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਾਹਦੀ ਲੱਗੀ, ਜੇ ਉਹਦਾ ਜੀਵਨ ਘਾਇਲ ਨਹੀਂ ਹੋਇਆ, ਘਾਤ ਨਹੀਂ ਕੀਤਾ, ਉਹ ਗੋਲੀ ਉਹ ਕਾਹਦੀ ਹੈ। ਪਰ ਗੁਰੂ ਨਾਨਕ ਦੇ ਸ਼ਬਦ, ਸਾਧ ਸੰਗਤ ਜੀ, ਐਸੇ ਬਾਣ ਵੱਜੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ, ਭਰਿਆ ਕਰੇਜੇ ਸੇਕ। ਐਸੇ ਬਾਣੀ ਨੇ ਬਾਣ ਮਾਰੇ, ਭਾਈ ਜੋਧ ਤੋਂ ਪੁੱਛਣ ਨੂੰ ਮਜਬੂਰ ਹੋ ਗਏ ਗੁਰੂ ਅੰਗਦ ਦੇਵ ਜੀ ਮਹਾਰਾਜ। ਹਿਰਦੇ ਦੇ ਵਿੱਚ ਸ਼ਾਂਤੀ ਫੈਲ ਗਈ, ਕਿਉਂਕਿ ਸਾਧ ਸੰਗਤ ਜੀ, ਬਾਣੀ ਦੇ ਵਿੱਚ ਇਹ ਤਾਕਤ ਹੈ। ਕੋਈ ਬਾਣੀ ਸੁਣ ਕੇ ਤਾਂ ਦੇਖੇ। ਸਾਧ ਸੰਗਤ ਜੀ, ਬਾਣੀ ਤਾਂ ਐਸੇ ਤੀਰ ਮਾਰਦੀ ਹੈ, ਹਿਰਦੇ ਨੂੰ ਬਿੰਨ ਕੇ ਰੱਖ ਦਿੰਦੀ ਹੈ। ਪਰ ਜਿਹਦਾ ਹਿਰਦਾ ਸੁੱਧ ਹੈ, ਗੱਲ ਉਹਦੀ ਹੈ। ਪਰ ਬਾਣੀ ਵਿੱਚ ਤਾਕਤ ਬਹੁਤ ਵੱਡੀ ਹੈ। ਸਤਿਗੁਰਾਂ ਨੇ ਐਸਾ ਫਰਮਾਨ ਕੀਤਾ ਹੈ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਗੁਰਾਂ ਨੇ ਮੇਰੇ ਜੀ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਮੇਰੇ ਪੈ ਗਿਆ ਕਲੇਜੇ ਵਿੱਚ ਸੇਕ, ਸੰਗ ਤੇ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤੀ ਭੋਏ ਗਿਰ ਭਰਿਆ, ਪਰਾ ਕਰੇਜੇ ਸੇਕ। ਬਾਣੀ ਨੇ ਐਸੇ ਬਾਣ ਮਾਰੇ,
ਮਨ ਨੂੰ ਇੰਨੀ ਸ਼ਾਂਤੀ ਆਈ। ਭਾਈ ਲਹਿਣਾ ਜੀ ਪੁੱਛਣ ਨੂੰ ਮਜਬੂਰ ਹੋ ਗਏ, ਭਾਈ ਜੋਧ ਇਹ ਕਿਹਦਾ ਕਲਾਮ ਹੈ, ਕਿਹਦੀ ਬਾਣੀ ਹੈ ਜਿਹਦੇ ਵਿੱਚ ਇੰਨੀ ਸ਼ਾਂਤੀ ਹੈ। ਸਾਧ ਸੰਗਤ ਜੀ ਬਾਣੀ ਹੈ ਨਾ ਜਿਹੜੀ, ਸ਼ਾਂਤੀ ਦਾ ਸਮੁੰਦਰ ਹੈ। ਪਰ ਜਦੋਂ ਆਪਾਂ ਬਾਣੀ ਸੁਣਾਂਗੇ ਨਾ, ਬਾਣੀ ਦੇ ਕੋਲੇ ਜਾਵਾਂਗੇ, ਦੇਖ ਲਓ ਜਦੋਂ ਆਪਾਂ ਇੱਧਰ ਹੇਮਕੁੰਟ ਸਾਹਿਬ ਕਨੀ ਜਾਂਦੇ ਹਾਂ ਨਾ, ਦੂਰੋਂ ਹੀ ਠੰਡੀਆਂ ਹਵਾਵਾਂ ਆਉਣ ਲੱਗ ਜਾਂਦੀਆਂ ਨੇ। ਹਿਮਾਲਿਆ ਪਰਬਤ ਕਨੀ ਜਾਂਦੇ ਹਾਂ। ਸਾਧ ਸੰਗਤ ਜੀ ਇਸ ਕਰਕੇ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ, ਬੜੀ ਸ਼ਾਂਤੀ ਹੈ। ਭਾਈ ਜੋਧ ਇਹ ਕਿਹਦਾ ਕਲਾਮ ਹੈ? ਦੱਸ ਦਿੱਤਾ ਜੀ, ਇਹ ਗੁਰੂ ਨਾਨਕ ਦੀ ਬਾਣੀ ਹੈ। ਕੀ ਉਪਦੇਸ਼ ਕਰਦੀ ਹੈ, ਕੀ ਸਮਝਾਉਂਦੀ ਹੈ? ਜੋਧ ਨੇ, ਭਾਈ ਜੋਧ ਨੇ ਆਪਣੇ ਬੁੱਧ ਮੁਤਾਬਕ ਭਾਈ ਲਹਿਣਾ ਜੀ ਨੂੰ ਸਮਝਾ ਦਿੱਤਾ ਕਿ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਕਿ ਜਿਹਨੂੰ ਸੇਵਿਆਂ ਤੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਸਾਧ ਸੰਗਤ ਜੀ ਸੁੱਖ ਇੱਕ ਦੁਨੀਆ ਦਾ ਸੁੱਖ ਹੈ, ਇੱਕ ਹੈ ਆਤਮਾ ਦਾ ਸੁੱਖ। ਦੁਨੀਆ ਦੇ ਸੁੱਖਾਂ ਦੇ ਸਾਧਨ ਤਾਂ ਹਰ ਇੱਕ ਇਨਸਾਨ ਇਕੱਠੇ ਕਰ ਲੈਂਦਾ, ਦੁਨੀਆ ਤੋਂ ਪ੍ਰਾਪਤ ਹੋ ਜਾਂਦੇ ਨੇ। ਪਰ ਜਿਹੜਾ ਮਨ ਦਾ ਸੁੱਖ ਹੈ ਨਾ, ਮਨ ਦਾ ਸੁੱਖ ਤਾਂ ਫਿਰ ਗੁਰੂ ਨਾਨਕ ਤੋਂ ਮਿਲਦਾ, ਬਾਣੀ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਮਹਾਂਪੁਰਸ਼ਾਂ ਤੋਂ ਬਗੈਰ, ਬਾਣੀ ਤੋਂ ਬਗੈਰ ਮਨ ਨੂੰ ਸ਼ਾਂਤੀ ਸੁੱਖ ਆ ਨਹੀਂ ਸਕਦਾ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇਸੇ ਸੁਖ ਮਾਣਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਚਿਤਨਾ ਆਵਈ ਬਿਸ਼ਟਾ ਕੇ ਕੀਰੇ। ਇਸ ਕਰਕੇ ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਮਨ ਦਾ ਸੁੱਖ ਤਾਂ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸੁਖ ਸ਼ਾਂਤੀ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਗੁਰੂ ਤੋਂ ਬਗੈਰ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਸੁੱਖਾਂ ਦੇ ਸਾਧਨ ਆਪਾਂ ਨੇ ਬਹੁਤ ਇਕੱਠੇ ਕਰ ਲਏ। ਦੁਨੀਆ ਸੁੱਖਾਂ ਦੇ ਸਾਧਨ ਇਕੱਠੇ ਕਰਦੀ ਫਿਰਦੀ ਹੈ, ਪਰ ਦੁਖੀ ਸਾਡਾ ਮਨ ਹੈ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਐ ਇਨਸਾਨ ਸੁੱਖਾਂ ਦੇ ਸਾਧਨ ਤਾਂ ਤੂੰ ਬਹੁਤ ਇਕੱਠੇ ਕਰ ਲਏ। ਦੇਖ ਲਓ, ਜਿਹੜੀ ਮਹੀਨੇ ਵਿੱਚ ਫਸਲ ਕੱਟਦੇ ਸੀ, ਉਹ ਇੱਕ ਦੋ ਦਿਨਾਂ ਵਿੱਚ ਕੱਟੀ ਜਾਂਦੀ ਹੈ। ਕਿੰਨੇ ਸੁੱਖ ਪ੍ਰਾਪਤ ਹੋ ਗਏ। ਆਪਾਂ ਗੁਰੂ ਘਰ ਵਿੱਚ ਬੈਠੇ ਹਾਂ, ਏਅਰ ਕੰਡੀਸ਼ਨ ਚੱਲਦੇ ਨੇ, ਪੱਖੇ ਚੱਲਦੇ ਨੇ, ਗਰਮੀ ਮਹਿਸੂਸ ਵੀ ਨਹੀਂ ਹੁੰਦੀ। ਕਿੰਨਾ ਸੁੱਖ ਹੋ ਗਿਆ। ਇਹ ਸਾਰੇ ਸਰੀਰ ਦੇ ਸੁੱਖ ਨੇ, ਪਰ ਦੁਖੀ ਹੈ ਸਾਡਾ ਮਨ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਦੁੱਖ ਕੋ ਕੀਓ ਨਾ ਕੋਏ। ਹੁਣ ਦੁਖੀ ਹੋਣ ਦਾ ਕੋਈ ਸਾਧਨ ਕਰਦਾ ਹੁੰਦਾ। ਮਹਾਰਾਜ ਕਹਿੰਦੇ, ਇਨਸਾਨ ਦੁਖੀ ਹੈ ਤੇਰਾ ਮਨ, ਤੂੰ ਸਾਧਨ ਕਰ ਰਿਹਾ ਸਰੀਰ ਨੂੰ ਸੁੱਖ ਦੇਣ ਦੇ। ਇਸ ਕਰਕੇ ਭਾਈ ਤੇਰਾ ਮਨ ਤਾਂ ਉਸੇ ਤਰ੍ਹਾਂ ਹੀ ਤਪਦਾ ਰਹੇਗਾ ਜਿਵੇਂ ਭੱਠੀ ਵਿੱਚ ਪਿਆ ਦਾਣਾ ਤਪਦਾ ਹੁੰਦਾ। ਜਿੰਨਾ ਚਿਰ ਤੇਰਾ ਮਨ ਸੁਖੀ ਨਹੀਂ ਨਾ ਹੁੰਦਾ, ਉਨਾ ਚਿਰ ਤੈਨੂੰ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਕਿਉਂਕਿ ਸੁਖ ਸ਼ਾਂਤੀ ਹੈ ਹੀ ਪਰਮਾਤਮਾ ਦੇ ਨਾਮ ਵਿੱਚ ਹੈ। ਮਹਾਂਪੁਰਸ਼ਕ ਧਾਰਨਾ ਪੜ੍ਹਿਆ ਕਰਦੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਮਨ ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਤੋਂ, ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਤੋਂ।
ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ। ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ। ਸ਼ਾਂਤ ਨ ਹੋਵੇ ਮਨ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ ਮਨ, ਸ਼ਾਂਤ ਨ ਹੋਵੇ। ਮਨ ਸ਼ਾਂਤ ਨ ਹੋਵੇ ਜੀ ਬਿਨਾ ਹਰਿ ਨਾਮ ਤੋਂ, ਸ਼ਾਂਤ ਨ ਹੋਵੇ ਜੀ ਬਿਨਾ ਹਰਿ ਨਾਮ ਤੋਂ। ਹਾਂਜੀ ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ। ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ। ਮਨ ਇੱਛੇ ਸੁਖ ਮਾਣਦਾ, ਕਿਸ ਨਾਹੀ ਵਸੂਰੇ, ਸੋ ਪ੍ਰਭ ਚਿਤ ਨ ਆਵਈ। ਸੋ ਪ੍ਰਭ ਚਿਤ ਨ ਆਵਈ, ਦਿਸਤਾ ਕੇ ਪੀਰੇ, ਬਿਨ ਹਰਿ ਨਾਮ ਨ ਸ਼ਾਂਤ ਹੋਏ। ਹਾਂਜੀ ਬਿਨ ਹਰਿ ਨਾਮ ਨ ਸ਼ਾਂਤ ਹੋਏ, ਕਿਤ ਵਿਦ ਮਨ ਧੀਰੇ, ਸੁੰਦਰ ਸੇਜ ਅਨੇਕ ਸੁਖ। ਬਿਨਾਂ ਪਰਮਾਤਮਾ ਦੇ ਨਾਮ ਤੋਂ ਸਾਧ ਸੰਗ ਜੀ ਸੁਖ ਸ਼ਾਂਤੀ ਪ੍ਰਾਪਤ ਹੋ ਨਹੀਂ ਸਕਦੀ। ਗੁਰੂ ਤੋਂ, ਬਾਣੀ ਤੋਂ ਬਗੈਰ ਸੁਖ ਸ਼ਾਂਤੀ ਨਹੀਂ ਮਨ ਨੂੰ ਆ ਸਕਦੀ। ਇਸ ਕਰਕੇ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਭਾਈ ਜੋਧ ਨੇ ਭਾਈ ਲਹਿਣਾ ਜੀ ਨੂੰ ਸੰਖੇਪ ਜੇ ਅਰਥ ਸਮਝਾਏ। ਭਾਈ ਲਹਿਣਾ ਜੀ ਕਹਿਣ ਲੱਗੇ ਵੀ ਗੁਰੂ ਨਾਨਕ ਕਿੱਥੇ ਮਿਲਣਗੇ। ਦੱਸ ਦਿੱਤਾ ਕਿ ਰਾਵੀ ਦੇ ਕੰਢੇ 'ਤੇ ਉਹਨਾਂ ਦਾ ਸਥਾਨ ਹੈ। ਡੇਰਾ ਲਾਇਆ, ਖੇਤੀ ਕਰਦੇ ਨੇ, ਲੰਗਰ ਚਲਾਉਂਦੇ ਨੇ। ਭਾਈ ਲਹਿਣਾ ਜੀ ਨੇ ਇਹ ਮਨ ਵਿੱਚ ਗੱਲ ਧਾਰਨ ਕਰ ਲਈ ਵੀ ਜਦੋਂ ਐਤਕੀ ਚਾਲੇ ਜਾਣਾ ਹੈ ਨਾ, ਫਿਰ ਗੁਰੂ ਨਾਨਕ ਜੀ ਦੇ ਦਰਸ਼ਨ ਕਰਕੇ ਜਾਣੇ ਨੇ। ਚੱਲ ਪਏ ਆਪਣੇ ਸੰਗ ਨੂੰ ਨਾਲ ਲੈ ਕੇ। ਭਾਵੇਂ ਸਾਰੇ ਜਥੇ ਦੇ ਜਥੇਦਾਰ ਸਨ, ਮੁਖੀ ਸੀ ਜਥੇ ਦੇ। ਜਦੋਂ ਰਾਵੀ ਦੇ ਕੰਢੇ ਦੇ ਕੋਲ ਗਏ, ਸੋਚਿਆ ਕਿ ਗੁਰੂ ਨਾਨਕ ਦੇ ਦਰਸ਼ਨ ਕਰਦੇ ਜਾਈਏ। ਸੰਗ ਨੂੰ ਨਾਲ ਖੜਾ ਕੇ ਕਹਿਣ ਲੱਗੇ ਵੀ ਤੁਸੀਂ ਇੱਥੇ ਰੁਕੋ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਉਣੇ।
ਇੱਕ ਦੋ ਤੋਂ ਪੁੱਛਿਆ ਕਿ ਗੁਰੂ ਨਾਨਕ ਦਾ ਸਥਾਨ ਕਿੱਥੇ ਕੁ ਹੈ, ਕਿੱਥੇ ਕੁ ਰਹਿੰਦੇ ਨੇ ਨਾਨਕ ਤਪਾ ਜੀ। ਦੱਸਣ ਵਾਲਿਆਂ ਨੇ ਦੱਸ ਦਿੱਤਾ ਕਿ ਅੱਗੇ ਹੈ। ਹੋਰ ਅੱਗੇ ਪੁੱਛਦੇ ਨੇ, ਹੋਰ ਅੱਗੇ ਕਹਿ ਦਿੰਦੇ ਨੇ ਅੱਗੇ ਹੈ। ਤੀਸਰੀ ਵਾਰੀ ਪੁੱਛਿਆ ਕਿ ਗੁਰੂ ਨਾਨਕ ਦਾ ਘਰ ਕਿੱਥੇ ਕੁ ਹੈ, ਡੇਰਾ ਕਿੱਥੇ ਕੁ ਹੈ। ਉਹ ਕਹਿਣ ਲੱਗਿਆ ਵੀ ਅਜੇ ਵੀ ਅੱਗੇ ਹੈ। ਸਾਧ ਸੰਗਤ ਜੀ, ਸੱਚਮੁੱਚ ਹੀ ਪ੍ਰਮਾਤਮਾ ਦਾ ਦਰ ਅੱਗੇ ਹੈ, ਬਹੁਤ ਦੂਰ ਹੈ, ਨੇੜੇ ਨਹੀਂ ਹੈ। ਭਾਈ ਲਹਿਣਾ ਜੀ ਸਮਝ ਗਏ ਵੀ ਹਜੇ ਦਿੱਲੀ ਬਹੁਤ ਦੂਰ ਹੈ। ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਘੋੜੀ ਤੇ ਚੜ੍ਹ ਕੇ ਸਾਧ ਸੰਗਤ ਜੀ ਪੈਦਲ ਤੁਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਰਸਤੇ ਤੇ ਖੜ੍ਹ ਜਾਂਦੇ ਨੇ ਆ ਕੇ। ਭਾਈ ਲਹਿਣਾ ਜੀ ਘੋੜੀ ਤੇ ਚੜ੍ਹੇ ਹੋਏ ਸਨ। ਆ ਕੇ ਗੁਰੂ ਨਾਨਕ ਨੂੰ ਪੁੱਛਿਆ ਕਿ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਨਾਨਕ ਤਪਾ ਜੀ ਕਿੱਥੇ ਰਹਿੰਦੇ ਨੇ, ਉਹਨਾਂ ਦਾ ਸਥਾਨ ਕਿੱਥੇ ਕੁ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪੁਰਸ਼ਾ ਗੁਰੂ ਨਾਨਕ ਨੂੰ ਮਿਲਣਾ ਹੈ? ਜੀ ਹਾਂ। ਕਹਿਣ ਲੱਗੇ, ਚੰਗਾ ਫਿਰ ਆ ਜਾ ਸਾਡੇ ਨਾਲ। ਗੁਰੂ ਨਾਨਕ ਪੈਦਲ, ਭਾਈ ਲਹਿਣਾ ਜੀ ਘੋੜੀ ਤੇ ਚੜ੍ਹੇ ਹੋਏ ਨੇ, ਲਗਾਮ ਪਕੜ ਲਈ ਘੋੜੀ ਦੀ। ਸਾਧ ਸੰਗਤ ਜੀ, ਜਿਹਦੀ ਲਗਾਮ ਗੁਰੂ ਨਾਨਕ ਪਕੜ ਲਏ ਫਿਰ ਉਹ ਰਸਤੇ ਵਿੱਚ ਥੋੜ੍ਹਾ ਛੱਡੇਗਾ। ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹੇ ਨਾ ਛੋਡੀਐ। ਗੁਰੂ ਨਾਨਕ ਦੇ ਘਰ ਦਾ ਤਾਂ ਮਿਸ਼ਨ ਹੈ, ਮੱਤ ਹੈ ਵੀ ਜਿਹਦੀ ਵੀ ਬਾਂਹ ਫੜ ਲੈਂਦੇ ਨੇ ਨਾ ਫਿਰ ਪਿੱਛੇ ਨਹੀਂ ਹਟਦੇ, ਉਹਦੀ ਬਾਂਹ ਛੱਡਦੇ ਨਹੀਂ। ਇਸ ਕਰਕੇ ਭਾਈ ਲਹਿਣਾ ਜੀ ਘੋੜੀ ਤੇ ਚੜ੍ਹੇ ਹੋਏ ਨੇ। ਹੁਣ ਅੱਗੇ ਅੱਗੇ ਗੁਰੂ ਨਾਨਕ ਘੋੜੀ ਦੀ ਲਗਾਮ ਪਕੜੀ ਹੈ। ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਐਂ ਨਹੀਂ ਕੋਈ ਗੁਰੂ ਨਾਨਕ ਦੀ ਬਾਣੀ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ। ਜੇ ਭਾਈ ਗੁਰਦਾਸ ਨੇ ਲਿਖਿਆ ਨਾ, ਗੁਰੂ ਨਾਨਕ ਸਾਧ ਸੰਗਤ ਜੀ ਭਾਈ ਲਹਿਣਾ ਜੀ ਨੂੰ ਅੱਗੋਂ ਲੈਣ ਵਾਸਤੇ ਆਏ। ਜਦੋਂ ਸਿੱਖਾ ਤੂੰ ਗੁਰੂ ਵੱਲ ਤੁਰੇਗਾ ਨਾ, ਸਰੀਰ ਕਰਕੇ ਵੀ ਅਤੇ ਮਨ ਕਰਕੇ ਵੀ। ਕਈ ਜਿਹੜੇ ਨਾਸਤਿਕ ਲੋਕ ਨੇ ਉਹ ਕਹਿੰਦੇ ਨੇ ਵੀ ਗੁਰੂ ਕਿੱਥੇ ਕਿੱਥੇ ਸਿੱਖਾਂ ਨੂੰ ਲੈਣ ਵਾਸਤੇ ਜਾਏਗਾ। ਉਹ ਆਪਣੇ ਵਰਗਾ ਸਰੀਰ ਸਮਝਦੇ ਨੇ ਗੁਰੂ ਨਾਨਕ ਨੂੰ। ਪਰ ਗੁਰੂ ਨਾਨਕ ਦਾ ਜੇ ਚਾਹੇ ਅਰਬਾਂ ਖਰਬਾਂ ਸਰੀਰ ਧਾਰਨ ਕਰ ਸਕਦਾ। ਸਾਧ ਸੰਗਤ ਜੀ, ਇਹ ਤਾਕਤ ਤਾਂ ਮਹਾਂਪੁਰਸ਼ਾਂ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਲਗਾਮ ਪਕੜੀ ਹੈ। ਭਾਈ ਲਹਿਣਾ ਜੀ ਘੋੜੀ ਤੇ ਚੜ੍ਹੇ ਨੇ, ਪਹੁੰਚ ਗਏ। ਕਿੱਥੇ ਨੇ ਗੁਰੂ ਨਾਨਕ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪੁਰਸ਼ਾ ਪੰਜ ਸਨਾਨਾ ਘਾਰਾ ਸਾਹਮਣੇ, ਉਹਨਾਂ ਦੇ ਆ ਕੇ ਦਰਸ਼ਨ ਕਰ ਲੈ। ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਕੇ ਆਪਣੇ ਆਸਣ 'ਤੇ ਸਵਾਇਮਾਨ ਹੋ ਗਏ। ਇੱਧਰ ਭਾਈ ਲਹਿਣਾ ਜੀ ਪੰਜ ਇਸ਼ਨਾਨ ਕਰਨ ਵਾਸਤੇ ਚਲੇ ਗਏ। ਜਿਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਸਾਧ ਸੰਗਤ ਜੀ ਟੋਕਾ ਕਰਦੇ ਸੀ। ਅੱਗੇ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸਨ। ਉਹ ਦਾਤਰੇ ਨਾਲ ਬੜੇ ਬੜੇ ਟੁਕੜੇ ਕਰ ਦਿੰਦੇ, ਚਾਰੇ ਦੇ ਡੰਗਰਾਂ ਨੂੰ ਪਾ ਦਿੰਦੇ ਸੀ। ਪਟਿਆਲੇ ਵਾਲਾ ਰਾਜਾ ਦਰਸ਼ਨ ਕਰਨ ਵਾਸਤੇ ਆਇਆ। ਆ ਕੇ ਪੁੱਛਣ ਲੱਗਿਆ ਵੀ ਜਿਹੜੇ ਇੱਥੇ ਸੰਤ ਨੇ ਉਹ ਕਿੱਥੇ ਕੁ ਨੇ? ਸੇਵਾਦਾਰ ਨੇ ਦੱਸ ਦਿੱਤਾ ਕਿ ਉਹ ਸਾਹਮਣੇ ਜਾ ਕੇ ਪੁੱਛ ਲਓ। ਕਈ ਵਾਰੀ ਖੇਤ ਵੀ ਚਲੇ ਜਾਂਦੇ ਨੇ ਹਲ ਵਾਹੁਣ ਵਾਸਤੇ। ਕਈ ਵਾਰੀ ਆਹ ਟਾਈਮ ਤਾਂ ਮਹਾਂਪੁਰਸ਼ਾਂ ਦਾ ਸਥਾਨ 'ਤੇ ਹੁੰਦੇ ਨੇ, ਇੱਥੇ ਹੋਣਗੇ। ਉਹ ਪਟਿਆਲੇ ਵਾਲਾ ਰਾਜਾ ਸਾਧ ਸੰਗਤ ਜੀ ਜਾ ਕੇ ਮਹਾਂਪੁਰਸ਼ਾਂ ਨੂੰ ਪੁੱਛਣ ਲੱਗ ਗਿਆ ਕਿ ਬਾਬਾ ਆਤਰ ਸਿੰਘ ਜੀ ਕਿੱਥੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਸਾਧ ਸੰਗਤ ਜੀ, ਜੇ ਤਾਂ ਹੁੰਦਾ ਕੋਈ ਕੱਚਾ ਪਿੱਲਾ, ਉਹ ਤਾਂ ਉੱਠ ਕੇ ਖੜ੍ਹਾ ਹੋ ਜਾਂਦਾ ਕਿ ਹਾਂ ਮੈਂ ਹੀ ਹਾਂ, ਆਤਰ ਸਿੰਘ ਕਰ ਲਓ ਮੇਰੇ ਦਰਸ਼ਨ। ਪਰ ਮਹਾਂਪੁਰਸ਼ ਗੁਰੂ ਘਰ ਦੀ ਸੇਵਾ ਨਹੀਂ ਛੱਡੀ।
ਕਹਿਣ ਲੱਗੇ ਭਾਈ ਉਹ ਸਾਹਮਣੇ ਬੈਠ ਜਾਓ ਜਾ ਕੇ, ਮਹਾਂਪੁਰਸ਼ ਆਉਣ ਵਾਲੇ ਨੇ, ਕੋਈ ਗੱਲ ਨਹੀਂ, ਕਰ ਲਿਓ ਦਰਸ਼ਨ। ਸੇਵਾ ਕਰਦੇ ਰਹੇ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਆਪਣਾ ਭੇਤ ਨਹੀਂ ਦੱਸਦੇ ਕਿਸੇ ਨੂੰ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਨ। ਉਹਦਾ ਰੱਬ ਦੇ ਨਜ਼ਦੀਕ ਰਹਿ ਕੇ ਵੀ ਆਪਣਾ ਭੇਤ ਨਹੀਂ ਦੱਸਦੇ ਹੁੰਦੇ। ਹੋ ਤਾਂ ਭੇਤ ਨਾ ਕਿਸੇ ਨੂੰ ਦੱਸਦੇ, ਬਸਦੇ ਨਜ਼ਦੀਕ ਰੱਬ ਦੇ। ਭੇਤ ਨਾ ਕਿਸੇ ਨੂੰ ਦੱਸਦੇ, ਬਸਦੇ ਨਜ਼ਦੀਕ ਰੱਬ ਦੇ। ਭੇਤ ਨਾ ਕਿਸੇ ਨੂੰ ਦੱਸਦੇ, ਬਸਦੇ ਨਜ਼ਦੀਕ ਰੱਬ ਦੇ। ਭੇਤ ਨਾ ਕਿਸੇ ਨੂੰ ਦੱਸਦੇ, ਬਸਦੇ ਨਜ਼ਦੀਕ ਰੱਬ ਦੇ। ਬਸਦੇ ਜੀ ਨਜ਼ਦੀਕ ਰੱਬ ਦੇ, ਬਸਦੇ ਜੀ ਨਜ਼ਦੀਕ ਰੱਬ ਦੇ। ਹੋ ਤਾਂ ਭੇਤ ਨਾ ਕਿਸੇ ਨੂੰ ਦੱਸਦੇ, ਭੇਤ ਨਾ ਕਿਸੇ ਨੂੰ ਦੱਸਦੇ। ਬਸਦੇ ਨਜ਼ਦੀਕ ਰੱਬ ਦੇ, ਬਸਦੇ ਨਜ਼ਦੀਕ ਰੱਬ ਦੇ। ਉਹ ਤਾਂ ਭੇਤ ਨਾ ਕਿਸੇ ਨੂੰ ਆਪਣਾ ਦੱਸਦੇ, ਬਸਦੇ ਨਜ਼ਦੀਕ ਰੱਬ। ਭੇਤ ਨਾ ਕਿਸੇ ਨੂੰ ਦੱਸਦੇ, ਬਸਦੇ ਨਜ਼ਦੀਕ ਰੱਬ ਦੇ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇ। ਸਾਧ ਸੰਗਤ ਜੀ, ਰੱਬ ਦੇ ਪਿਆਰਿਆਂ ਦੇ ਵਿੱਚ ਜਰਨ ਸ਼ਕਤੀ ਹੁੰਦੀ ਹੈ। ਹਰਾੜਾ ਸਾਹਿਬ ਅਕਸਰ ਅਸੀਂ ਲਾਹੌਰਾਂ ਸਾਹਿਬ ਤੋਂ ਜਾਂਦੇ ਰਹਿੰਦੇ ਹਾਂ। ਸਥਾਨ ਵੱਡਿਆਂ ਦਾ ਸਥਾਨ ਹੈ ਸਾਡਾ। ਲੰਗਰ ਦੇ ਵਿੱਚ ਚਲੇ ਗਏ,
ਸੰਤ ਬਾਬਾ ਬਘੇਲ ਸਿੰਘ ਜੀ ਪਿਛਲੇ ਪਾਸੇ ਜਿੱਥੇ ਦੁੱਧ ਗਰਮ ਕਰਦੇ ਨੇ ਉੱਥੇ ਕੁਰਸੀ ਤੇ ਬੈਠੇ ਸੀ। ਬਹੁਤ ਸੰਗਤ ਹੋਰ ਵੀ ਨਗਰਾਂ ਤੋਂ ਆਈ ਹੋਈ ਸੀ। ਉਹਨਾਂ ਨੇ ਆਪਣੇ ਚਰਨ ਥੱਲੇ ਕੀਤੇ ਹੋਏ ਨੇ, ਕੁਰਸੀ ਤੇ ਬੈਠੇ ਨੇ। ਇੱਕ ਬਜ਼ੁਰਗ ਆ ਕੇ ਕਹਿਣ ਲੱਗਿਆ, ਬਾਬਾ ਜੀ ਆ ਤੁਹਾਡੇ ਚਰਨਾਂ ਨੂੰ ਕੀ ਹੋਇਆ? ਇਹਨਾਂ ਸੋਜਾ ਚਰਨਾਂ ਨੂੰ ਆਇਆ ਹੋਇਆ ਸੀ। ਮਹਾਂਪੁਰਸ਼ ਕੁਛ ਨਹੀਂ ਬੋਲੇ। ਕਹਿੰਦੇ, ਬਜ਼ੁਰਗੋ ਪ੍ਰਸ਼ਾਦ ਲਓ, ਵਾਹਿਗੁਰੂ ਵਾਹਿਗੁਰੂ ਕਰੋ, ਪ੍ਰਸ਼ਾਦਾ ਪਾਣੀ ਛਕੋ। ਕਿਹੜੇ ਚਰਨਾਂ ਦੀ ਗੱਲ ਕਰਦੇ ਹੋ ਤੁਸੀਂ? ਚਲੋ ਬਜ਼ੁਰਗ ਚਲਿਆ ਗਿਆ। ਅਸੀਂ ਵੀ ਅੱਗੇ ਹੋਏ ਜਿੰਨੇ ਸਿੰਘ ਸੀ, ਇਸ਼ਾਰਾ ਕੀਤਾ, ਕੋਸ਼ਿਸ਼ ਕੀਤੀ ਵੀ ਚਰਨਾਂ ਨੂੰ ਹੱਥ ਲਾਇਆ ਜਾਵੇ। ਮਹਾਂਪੁਰਸ਼ ਕਹਿੰਦੇ, ਭਾਈ ਇੱਧਰ ਨਹੀਂ ਦੇਖੀਂਦਾ, ਲੰਗਰ ਛਕੋ, ਵਾਹਿਗੁਰੂ ਵਾਹਿਗੁਰੂ ਕਰੋ, ਹੁਕਮ ਵਿੱਚ ਰਹਿ ਕੇ ਸੇਵਾ ਕਰੋ, ਬਸ। ਕੁਛ ਨਹੀਂ ਬੋਲੇ। ਇਹ ਨਹੀਂ ਕਿਹਾ ਕਿ ਅਸੀਂ ਇੰਨੀ ਸੇਵਾ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਅਸੀਂ ਰਾਤ ਨੂੰ ਆਰਾਮ ਨਹੀਂ ਕਰਦੇ। ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਦੋਂ ਮਹਾਂਪੁਰਸ਼ਾਂ ਦਾ ਭੋਗ ਸੀ, ਦੁਸਹਿਰਾ ਸੀ, ਉਹਨਾਂ ਨੇ ਇੱਕ ਵਚਨ ਬੋਲਿਆ ਸੰਗਤ ਦੇ ਵਿੱਚ ਕਿ ਅਸੀਂ ਅਕਸਰ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੇ ਰਹਿੰਦੇ ਸੀ। ਜੇ ਮਹਾਂਪੁਰਸ਼ ਧਾਰਨਾ ਸ਼ਬਦ ਪੜ੍ਹ ਰਹੇ ਸੀ ਨਾ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਉਹ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਇਹੀ ਵਚਨ ਕਿਹਾ ਕਿ ਅਸੀਂ ਕਈ ਵਾਰੀ ਬੇਨਤੀ ਕੀਤੀ ਉਹਨਾਂ ਨੂੰ ਕਿ ਮਹਾਂਪੁਰਸ਼ੋ ਸਰੀਰ ਦਾ ਖਿਆਲ ਰੱਖਿਆ ਕਰੋ, ਕਿਉਂਕਿ ਸਰੀਰ ਨਾਲ ਹੀ ਹੈ ਸਾਰਾ ਕੁਛ। ਕਹਿੰਦੇ ਵੀ ਸ਼ੂਗਰ ਵੀ ਬਹੁਤ ਜ਼ਿਆਦਾ ਵੱਧ ਗਿਆ ਸੀ ਉਹਨਾਂ ਨੂੰ ਕਿ ਤੁਸੀਂ ਆਪਣਾ ਸਰੀਰ ਦਾ ਖਿਆਲ ਨਹੀਂ ਰੱਖਦੇ। ਪਰ ਸਾਧ ਸੰਗਤ ਜੀ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਹੁੰਦਾ। ਜਦੋਂ ਪਰਮਾਤਮਾ ਦੇ ਵਿੱਚ ਜੋਤ ਇੱਕਮਿਕ ਹੋ ਜਾਂਦੀ ਹੈ, ਜੋ ਉਹਨਾਂ ਦੇ ਚਰਨਾਂ ਦਾ ਆਨੰਦ ਹੈ, ਹੁਕਮ ਦਾ ਆਨੰਦ ਹੈ, ਸੇਵਾ ਦਾ ਆਨੰਦ ਹੈ। ਪਰ ਬਾਬਾ ਬਲਜਿੰਦਰ ਸਿੰਘ ਜੀ ਕਹਿੰਦੇ ਵੀ ਉਹ ਸੇਵਾ ਦੇ ਵਿੱਚ ਇੰਨੇ ਤਤਪਰ ਰਹਿੰਦੇ ਸੀ, ਇੰਨੀ ਬੰਦਗੀ ਕਰਦੇ ਸੀ ਕਿ ਅਸੀਂ ਬੇਨਤੀ ਤਾਂ ਕੀਤੀ, ਪਰ ਉਹਨਾਂ ਨੇ ਆਪਣੇ ਸੁਭਾਅ ਮੁਤਾਬਕ ਜਿਸ ਤਰ੍ਹਾਂ ਸੇਵਾ ਸਿਮਰਨ ਕਰਦੇ ਸੀ ਉਹਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਸਾਧ ਸੰਗਤ ਜੀ, ਉਹਨਾਂ ਨੇ ਵੱਡਿਆਂ ਦੀ ਸੰਗਤ ਕੀਤੀ। ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਸ਼੍ਰੀਮਾਨ ਜੀ, ਬਾਅਦ ਵਿੱਚ ਤਾਂ ਭਾਵੇਂ ਐਕਸੀਡੈਂਟ ਹੋਣ ਤੋਂ ਬਾਅਦ ਸੰਗਤ ਨੇ ਉਹਨਾਂ ਦੀ ਰਿਹਾਇਸ਼ ਬਣਾ ਦਿੱਤੀ, ਪਰ ਪਹਿਲਾਂ ਸਾਰੀ ਉਮਰ ਉਹਨਾਂ ਨੇ ਲੰਗਰ ਵਿੱਚ ਹੀ, ਨਾ ਕੋਈ ਕਮਰਾ ਨਾ ਕੋਈ ਰਿਹਾਇਸ਼, ਉੱਥੇ ਲੰਗਰ ਵਿੱਚ ਹੀ ਬੈਠ ਕੇ ਕੁਝ ਪਲ ਆਰਾਮ ਕਰ ਲੈਂਦੇ ਸੀ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਆਪਣਾ ਭੇਤ ਨਹੀਂ ਕਿਸੇ ਨੂੰ ਦੱਸਿਆ ਕਰਦੇ। ਜਿਹੜਾ ਸੂਮ ਬੰਦਾ ਹੁੰਦਾ ਨਾ, ਸੂਮ ਬੰਦਾ ਤਾਂ ਕਿਸੇ ਨੂੰ ਆਪਣਾ ਭਿਣਕ ਵੀ ਨਹੀਂ ਪੈਣ ਦਿੰਦਾ ਆਪਣੀ ਕਮਾਈ ਦੀ। ਭੋਜਨ ਭਜਨ ਸਾਧ ਸੰਗਤ ਜੀ, ਇਹ ਤਾਂ ਬੜੇ ਪੜਦੇ ਦੀ ਗੱਲ ਹੁੰਦੀ ਹੈ। ਇਸ ਕਰਕੇ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਬੈਠੇ ਰਹੇ, ਸੇਵਾ ਨਹੀਂ ਛੱਡੀ, ਟੋਕਾ ਕਰਦੇ ਰਹੇ ਦਾਤਰੇ ਨਾਲ। ਜਦੋਂ ਸਾਰਾ ਪਸ਼ੂਆਂ ਦਾ ਟੋਕਾ ਹੋ ਗਿਆ, ਮਹਾਂਪੁਰਸ਼ ਉੱਠੇ, ਪੰਜ ਇਸ਼ਨਾਨਾ ਕਰਕੇ ਆਸਣ 'ਤੇ ਬੈਠ ਗਏ। ਕਹਿੰਦੇ, ਭਾਈ ਉਹ ਜਿਹੜੇ ਬੰਦੇ ਸਾਹਮਣੇ ਬੈਠੇ ਨੇ ਨਾ, ਕੋਈ ਪਰਵਾਹ ਨਹੀਂ ਕੀਤੀ ਕਿ ਪਟਿਆਲੇ ਵਾਲਾ ਰਾਜਾ ਹੈ। ਨਹੀਂ ਤਾਂ ਸਾਧ ਸੰਗਤ ਜੀ, ਜੇ ਕੋਈ ਅੱਜ ਕੱਲ੍ਹ ਦਾ ਸੰਤ ਹੁੰਦਾ ਉਹ ਤਾਂ ਬਾਹਰ ਸਵਾਗਤ ਵਾਸਤੇ ਖੜ੍ਹਦਾ ਕਿ ਪਟਿਆਲੇ ਵਾਲਾ ਰਾਜਾ ਆਇਆ। ਇੰਨਾ ਬਲੀ ਰਾਜਾ ਸੀ, ਇੰਨਾ ਤਾਕਤਵਰ ਰਾਜਾ ਸੀ। ਲੰਡਨ ਦੇ ਵਿੱਚ ਗਿਆ, ਇੰਗਲੈਂਡ ਦੇ ਵਿੱਚ, ਸਾਧ ਸੰਗਤ ਜੀ ਉੱਥੇ ਸਮੈਸ਼ ਲੱਗੀ ਹੋਈ ਸੀ। ਉਹ ਦੇਖਣ ਵਾਸਤੇ ਗਿਆ। ਜਿਹੜਾ ਅੰਗਰੇਜ਼ ਸੀ ਨਾ, ਉਹਨੇ ਗੇਟ 'ਤੇ ਰੋਕ ਦਿੱਤਾ। ਉਹ ਕਹਿੰਦਾ ਜਿਹੜਾ ਹਿੰਦੁਸਤਾਨੀ ਹੈ ਉਹ ਅੰਦਰ ਨਹੀਂ ਜਾ ਸਕਦਾ। ਕਹਿੰਦਾ ਵੀ ਕੀ ਗੱਲ? ਕਹਿੰਦਾ ਜੀ ਨਹੀਂ, ਤੁਹਾਨੂੰ ਅੰਦਰ ਜਾਣ ਦਾ ਹੁਕਮ ਨਹੀਂ ਹੈ, ਇੱਥੇ ਬੜੀਆਂ ਕੀਮਤੀ ਚੀਜ਼ਾਂ ਨੇ।
ਕਹਿੰਦਾ ਚੰਗਾ ਬੁਲਾਓ। ਫਿਰ ਜੀ ਜਿਹੜਾ ਇਹਦਾ ਮਾਲਕ ਹੈ ਨਾ ਉਹਨੂੰ ਬੁਲਾਓ। ਸਾਧ ਸੰਗਤ ਜੀ, ਜਿੰਨੀ ਉਹ ਸਮੈਸ਼ ਲੱਗੀ ਹੋਈ ਸੀ ਨਾ, ਜਿਹੜਾ ਮੋਤੀ ਮਹਿਲ ਆ ਹੀਰੇ ਪਟਿਆਲੇ, ਉਹ ਸਾਰਾ ਸਮਾਨ ਇੰਗਲੈਂਡ ਤੋਂ ਆਇਆ ਹੋਇਆ, ਲੰਡਨ ਤੋਂ। ਪਟਿਆਲੇ ਵਾਲੇ ਰਾਜੇ ਨੇ ਸਾਰਾ ਹੀ ਖਰੀਦ ਲਿਆ ਅੰਗਰੇਜ਼ ਤੋਂ। ਉਹ ਇੱਥੇ ਨਮਾਇਸ਼ ਲੱਗੀ ਹੋਈ ਹੈ ਪਟਿਆਲੇ, ਜਿਹੜਾ ਮੋਤੀ ਮਹਿਲ ਦੇ ਵਿੱਚ ਸਮਾਨ ਪਿਆ। ਐਡਾ ਵੱਡਾ ਪ੍ਰਤਾਪੀ ਰਾਜਾ ਸੀ, ਪਰ ਮਹਾਂਪੁਰਸ਼ਾਂ ਨੇ ਕੋਈ ਪਰਵਾਹ ਨਹੀਂ ਕੀਤੀ, ਕਿਉਂਕਿ ਉਹ ਤਾਂ ਪਰਵਾਹ ਕਿਸੇ ਦੀ ਰੱਖਦੇ ਹੀ ਨਹੀਂ ਹੁੰਦੇ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੇ ਨਾਹੇ। ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ। ਸਾਧ ਸੰਗਤ ਜੀ, ਇਹੋ ਜਿਹੇ ਮਹਾਂਪੁਰਸ਼ ਤਾਂ ਉਹ ਇੰਦਰ ਨੂੰ ਵੀ ਕੰਗਾਲ ਸਮਝਦੇ ਨੇ, ਉਹ ਰਾਜੇ ਦੀ ਕੀ ਪਰਵਾਹ ਕਰਦੇ ਨੇ। ਜਿਹੜੇ ਨਿਰਦਾਵੇ ਦਿਨ ਕੱਟਦੇ, ਇੰਦਰ ਨੂੰ ਕੰਗਾਲ ਜਾਣਦੇ। ਨਿਰਦਾਵੇ ਦਿਨ ਕੱਟਦੇ, ਇੰਦਰ ਨੂੰ ਕੰਗਾਲ ਜਾਣਦੇ। ਇੰਦਰ ਨੂੰ ਜੀ ਕੰਗਾਲ ਜਾਣਦੇ, ਇੰਦਰ ਨੂੰ ਜੀ ਕੰਗਾਲ ਜਾਣਦੇ। ਜਿਹੜੇ ਨਿਰਦਾਵੇ ਦਿਨ ਕੱਟਦੇ, ਇੰਦਰ ਨੂੰ ਕੰਗਾਲ ਜਾਣਦੇ। ਨਿਰਦਾਵੇ ਦਿਨ ਕੱਟਦੇ, ਇੰਦਰ ਨੂੰ ਕੰਗਾਲ ਜਾਣਦੇ। ਕੋਈ ਮਹਾਂਪੁਰਸ਼ਾਂ ਨੇ ਪਰਵਾਹ ਨਹੀਂ ਕੀਤੀ। ਪੰਜ ਇਸ਼ਨਾਨਾਂ ਕਰਕੇ ਆਸਣ 'ਤੇ ਬੈਠ ਗਏ, ਸਾਰਾ ਟੋਕਾ ਕੀਤਾ। ਰਾਜਾ ਬੈਠਾ ਰਿਹਾ, ਡਿੱਕੀ ਗਿਆ ਕਿ ਮਹਾਂਪੁਰਸ਼ ਆਉਣਗੇ ਫਿਰ ਦਰਸ਼ਨ ਕਰਾਂਗਾ। ਮਹਾਂਪੁਰਸ਼ ਕਹਿੰਦੇ, ਭਾਈ ਉਹ ਜਿਹੜੇ ਸਾਹਮਣੇ ਪ੍ਰੇਮੀ ਬੈਠੇ ਨੇ ਨਾ, ਉਹਨਾਂ ਨੂੰ ਕਹਿ ਦਿਓ ਕਿ ਆ ਕੇ ਉਹ ਦਰਸ਼ਨ ਕਰ ਲੈਣ। ਜਦੋਂ ਪਟਿਆਲੇ ਵਾਲਾ ਰਾਜਾ ਆਇਆ, ਦਰਸ਼ਨ ਕੀਤੇ। ਇਹ ਤਾਂ ਉਹੀ ਬਾਬਾ ਹੈ ਜਿਹੜਾ ਡੰਗਰਾਂ ਪਸ਼ੂਆਂ ਵਾਸਤੇ ਟੋਕਾ ਕਰ ਰਿਹਾ ਸੀ। ਸਾਧ ਸੰਗਤ ਜੀ, ਖੜਾ ਸੁਣ ਹੋ ਗਿਆ ਕਿ ਐਡੀ ਤਾਕਤ ਹੋਣ ਦੇ ਬਾਵਜੂਦ ਇੰਨੀ ਨਿਮਰਤਾ, ਇੰਨੀ ਸੇਵਾ। ਦੱਸਿਆ ਨਹੀਂ ਕਿ ਅਸੀਂ ਉਹ ਬਾਬਾ ਅਤਰ ਸਿੰਘ ਹਾਂ। ਇਸ ਕਰਕੇ ਭਾਈ ਗੁਰੂ ਨਾਨਕ ਕਹਿਣ ਲੱਗੇ, ਭਾਈ ਲਹਿਣਾ ਜੀ ਪੰਜ ਇਸ਼ਨਾਨਾਂ ਕਰ ਆਓ, ਆ ਕੇ ਦਰਸ਼ਨ ਕਰ ਲਓ। ਉਹ ਸਾਹਮਣੇ ਗੁਰੂ ਨਾਨਕ ਬੈਠੇ ਨੇ ਕਮਰੇ ਵਿੱਚ। ਭਾਈ ਲਹਿਣਾ ਜੀ ਪੰਜ ਇਸ਼ਨਾਨਾਂ ਕਰਕੇ ਆਏ। ਸਾਧ ਸੰਗਤ ਜੀ, ਦਰਸ਼ਨ ਕੀਤੇ। ਜਦੋਂ ਦਰਸ਼ਨ ਕੀਤੇ ਕਿ ਤਾਂ ਉਹੀ ਬਾਬਾ ਜੀ ਨੇ ਜਿਹੜੇ ਘੋੜੀ ਦੀ ਲਗਾਮ ਪਕੜੀ ਆਉਂਦੇ ਸੀ। ਇਹੀ ਗੁਰੂ ਨਾਨਕ ਨੇ। ਨੇਤਰਾਂ ਦੇ ਵਿੱਚੋਂ ਪ੍ਰੇਮ ਦਾ ਜਲ ਵਹਿ ਰਿਹਾ। ਮਹਾਰਾਜ, ਮੈਂ ਤਾਂ ਆਪਣੀਆਂ ਪਹਿਲੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਇਆ ਸੀ। ਇਹ ਕੀ ਪਹਿਲੇ ਦਿਨ ਹੀ ਅਨਰਥ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਕੀ ਹੋ ਗਿਆ? ਕਹਿੰਦਾ, ਮਹਾਰਾਜ ਜੇ ਮੈਨੂੰ ਪਤਾ ਹੁੰਦਾ ਕਿ ਗੁਰੂ ਨਾਨਕ ਤੁਸੀਂ ਹੋ, ਫਿਰ ਮੈਂ ਘੋੜੀ 'ਤੇ ਤੁਸੀਂ ਚੜ੍ਹ ਕੇ ਆਉਂਦੇ, ਮੈਂ ਪੈਦਲ ਚੱਲ ਕੇ ਆਉਂਦਾ।
ਇਹ ਅਨਰਥ ਇੰਨਾ ਵੱਡਾ ਪਹਿਲੇ ਦਿਨ ਹੀ ਹੋ ਗਿਆ। ਮੈਂ ਤਾਂ ਆਪਣੇ ਪਾਪ ਬਖਸ਼ਾਉਣ ਵਾਸਤੇ ਆਇਆ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਾਈ ਨਹੀਂ ਪੁਰਸ਼ਾ ਤੇਰਾ ਨਾਮ ਕੀ ਹੈ? ਕਹਿੰਦੇ ਜੀ ਲੈਣਾ। ਕਹਿੰਦੇ ਬਸ ਫਿਰ ਤੂੰ ਲੈਣਾ, ਅਸੀਂ ਦੇਣਾ, ਫਿਰ ਇਹਦੇ ਵਿੱਚ ਚਿੰਤਾ ਕਰਨ ਵਾਲੀ ਗੱਲ ਕੋਈ ਨਹੀਂ ਹੈ। ਇਸ ਕਰਕੇ ਭਾਈ ਸੇਵਾ ਕੀਤੀ। ਫਿਰ ਗੁਰੂ ਵਾਲੇ ਬਣ ਕੇ ਜਿਹੜਾ ਸੰਗ ਸੀ ਉਹ ਆ ਕੇ ਕਹਿਣ ਲੱਗੇ ਵੀ ਆਪਾਂ ਤਾਂ ਜੇ ਬਹੁਤ ਦੂਰ ਜਾਣਾ ਹੈ, ਇਹ ਤਾਂ ਆਪਾਂ ਨਿਆਈ 'ਚ ਖੜ੍ਹੇ ਹਾਂ ਹਜੇ। ਭਾਈ ਲਹਿਣਾ ਜੀ ਕਹਿਣ ਲੱਗੇ ਵੀ ਜਿੱਥੇ ਮੈਂ ਆਉਣਾ ਸੀ ਆ ਗਿਆ, ਤੁਸੀਂ ਚਲੇ ਜਾਓ, ਮੈਂ ਹੁਣ ਕਿਤੇ ਨਹੀਂ ਜਾਣਾ, ਕਿਉਂਕਿ ਮੈਂ ਘਰੋਂ ਚੱਲਿਆ ਸੀ ਸ਼ਹਿਦ ਦੀ ਤਲਾਸ਼ ਵਾਸਤੇ, ਪਰ ਮੈਨੂੰ ਤਾਂ ਰਸਤੇ ਵਿੱਚ ਅੰਮ੍ਰਿਤ ਦਾ ਕੁੰਡ ਮਿਲ ਗਿਆ। ਹੁਣ ਤੁਸੀਂ ਇਹ ਦੱਸੋ ਵੀ ਅੰਮ੍ਰਿਤ ਦਾ ਕੁੰਡ ਵੱਡਾ ਹੈ ਜਾਂ ਸ਼ਹਿਦ ਦੀ ਜਿਹੜਾ ਸਵਾਦ ਹੈ ਮਖਿਆਲ ਉਹ ਵੱਡਾ? ਇਸ ਕਰਕੇ ਵੀ ਮੈਂ ਨਹੀਂ ਜਾ ਸਕਦਾ, ਤੁਸੀਂ ਜਿੱਥੇ ਜਾਣਾ ਚਲੇ ਜਾਓ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ। ਸਾਧ ਸੰਗਤ ਜੀ ਫਿਰ ਸੇਵਾ ਕੀਤੀ ਚਰਨਾਂ ਵਿੱਚ ਰਹਿ ਕੇ। ਉਹ ਸੇਵਾ ਕੀਤੀ ਹੁਕਮ ਮੰਨ ਕੇ ਭਾਈ ਲਹਿਣਾ ਜੀ ਨੇ, ਜਿਹੜੀ ਮਿਸਾਲ ਦੁਨੀਆ 'ਤੇ ਮਿਲਣੀ ਨਾਮੁਮਕਿਨ ਗੱਲ ਹੈ। ਇਸ ਕਰਕੇ ਸੇਵਾ ਤਾਂ ਭਾਵੇਂ ਹੋਰ ਵੀ ਗੁਰਸਿੱਖ ਕਰਦੇ ਸੀ, ਪਰ ਸੇਵਾ ਦੀ ਮਿਸਾਲ ਕਾਇਮ ਕੀਤੀ ਹੁਕਮ ਮੰਨ ਕੇ। ਭਾਵੇਂ ਲਖਮੀ ਦਾਸ, ਸ੍ਰੀ ਚੰਦ, ਬਾਬਾ ਬੁੱਢਾ ਜੀ, ਭਾਈ ਘਿਓ ਜੀ, ਬੜੇ ਕਰਨੀਆਂ ਕਥਨੀਆਂ ਦੇ ਗੁਰਸਿੱਖ ਸੇਵਾ ਕਰਦੇ ਸੀ, ਪਰ ਹੁਕਮ ਮੰਨ ਕੇ ਸੇਵਾ ਕੀਤੀ, ਗੁਰਸਿੱਖੀ ਧਾਰਨ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਾਈ ਪੁਰਸ਼ਾ ਜਾ ਹੁਣ ਤੂੰ ਆਪਣੇ ਘਰ ਚਲਿਆ ਜਾ, ਆਪਣੇ ਬੱਚੇ ਪਾਲ। ਸਤ ਵਚਨ ਜੀ ਚਲੇ ਜਾਂਦੇ ਹਾਂ, ਪਰ ਜਾਣ ਨੂੰ ਜੀ ਤਾਂ ਨਹੀਂ ਕਰਦਾ, ਪਰ ਮਨ ਤੁਹਾਡੇ ਚਰਨਾਂ ਵਿੱਚ ਰਹੇਗਾ, ਸਰੀਰ ਕਰਕੇ ਚਲੇ ਜਾਂਦੇ। ਜਿਵੇਂ ਸੰਤ ਜੀ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਦੋਂ ਰੇਰੂ ਸਾਹਿਬ ਗਏ ਨੇ ਨਾ, ਪੜ੍ਹਦੇ ਪੜ੍ਹਦੇ ਛੋਟੇ ਸੰਤ ਜੀ ਮਹਾਰਾਜ ਨਾਲ ਛੁੱਟੀਆਂ ਦੇ ਦਿਨਾਂ ਵਿੱਚ ਗਏ ਸੀ। ਛੁੱਟੀਆਂ ਪੂਰੀਆਂ ਹੋ ਗਈਆਂ। ਸਾਧ ਸੰਗਤ ਜੀ ਵਾਪਸ ਆਉਣ ਵਾਸਤੇ ਛੋਟੇ ਸੰਤ ਜੀ ਮਹਾਰਾਜ ਨੇ ਬੇਨਤੀ ਕੀਤੀ। ਗਿਆਨ ਸਿੰਘ ਸੀ ਜਿਹੜਾ ਗਾਰਡੀਅਨ, ਉਹ ਕਹਿਣ ਲੱਗਿਆ ਜੀ ਇਹਨਾਂ ਦੀਆਂ ਛੁੱਟੀਆਂ ਨੇ, ਵੀ ਛੁੱਟੀਆਂ ਕਰਕੇ ਆਏ ਸੀ, 10ਵੀਂ ਦੀ ਪੜ੍ਹਾਈ ਹੈ, ਕਿਰਪਾ ਕਰੋ ਗੁਲਾਬ ਸਿੰਘ ਨੂੰ ਹੁਕਮ ਕਰ ਦਿਓ ਵਾਪਸ ਚਲਿਆ ਜਾਵੇ। ਸੰਤ ਜੀ ਮਹਾਰਾਜ ਕਹਿਣ ਲੱਗੇ ਵੀ ਚਲੇ ਤਾਂ ਜਾਂਦੇ ਹਾਂ ਮਹਾਰਾਜ, ਮਨ ਤੁਹਾਡੇ ਚਰਨਾਂ ਵਿੱਚ ਰਹੇਗਾ, ਸਰੀਰ ਕਰਕੇ ਚਲੇ ਜਾਂਦੇ ਹਾਂ। ਫਿਰ ਉੱਥੋਂ ਆ ਕੇ ਪੇਪਰ ਦਿੱਤੇ। ਪੇਪਰਾਂ ਦੇ ਵਿੱਚ ਕਿਹੜਾ ਕੋਈ ਰੁਚੀ ਸੀ। ਇੱਥੋਂ ਤੱਕ ਵੀ ਮਹਾਂਪੁਰਸ਼ ਦੱਸਿਆ ਕਰਦੇ, ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲਾਹੌਰਾ ਸਾਹਿਬ ਵਾਲੇ, ਕਹਿੰਦੇ ਵੀ ਪੌਣੇ ਘੰਟੇ ਦਾ ਪੀੜ ਹੁੰਦਾ ਸੀ। ਪੌਣੇ ਘੰਟੇ ਦੇ ਵਿੱਚ ਪੜ੍ਹਾਈ ਤਾਂ ਕੀ ਕਰਨੀ ਸੀ ਮਹਾਂਪੁਰਸ਼ਾਂ ਨੇ। ਸੰਤ ਬਾਬਾ ਆਤਰ ਸਿੰਘ ਮਹਾਰਾਜ ਦੇ ਇੰਨੇ ਚਰਨਾਂ ਦੇ ਭੌਰੇ ਹੋ ਗਏ, ਇੰਨਾ ਨਾਮ ਦਾ ਰੰਗ ਚੜ੍ਹ ਗਿਆ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਣਾ, ਪੌਣੇ ਘੰਟੇ ਦਾ ਪੀੜ ਖਤਮ ਹੋ ਜਾਣਾ, ਉੱਧਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਲੈਣਾ। ਇਸ ਕਰਕੇ ਸਰੀਰ ਕਰਕੇ ਆ ਗਏ, ਪਰ ਮਨ ਉੱਥੇ ਛੱਡ ਆਏ। ਭਾਈ ਲਹਿਣਾ ਜੀ ਕਹਿੰਦੇ, ਮਹਾਰਾਜ ਚਲੇ ਜਾਂਦੇ ਹਾਂ, ਪਰ ਮਨ ਤੁਹਾਡੇ ਚਰਨਾਂ ਵਿੱਚ ਰਹੇਗਾ। ਫਿਰ ਮਨ ਵਿੱਚ ਬਲਬਲਾ ਉੱਠਿਆ। ਘਰੋਂ ਦਸਵੰਧ ਦੀ ਮਾਇਆ ਲੈ ਕੇ ਇੱਕ ਲੂਣ ਦੀ ਪੰਡ ਚੱਕ ਲਈ। ਲੂਣ ਦੀ ਪੰਡ ਲੈ ਕੇ ਜਦੋਂ ਸਾਧ ਸੰਗਤ ਜੀ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚੇ, ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਰ ਖੇਤਾਂ ਵਿੱਚ ਸੇਵਾ ਕਰਵਾ ਰਹੇ ਸੀ। ਮਾਤਾ ਜੀ ਕਹਿਣ ਲੱਗੇ ਵੀ ਗੁਰੂ ਨਾਨਕ ਤਾਂ ਸੇਵਾ ਕਰਵਾ ਰਹੇ ਨੇ, ਸਿੱਖਾ ਤੂੰ ਜਲ ਪਾਣੀ ਛਕ ਲੈ, ਦੂਰੋਂ ਚੱਲ ਕੇ ਆਇਆ, ਤੇਰਾ ਬੜਾ ਸਫ਼ਰ ਹੈ। ਕਹਿੰਦਾ ਜੀ ਨਹੀਂ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਹੀ ਜਲ ਪਾਣੀ ਛਕੂੰਗਾ। ਆ ਗਏ ਖੇਤ ਵਿੱਚ। ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਸੇਵਕਾਂ ਤੋਂ ਜੀਰੀ ਵਿੱਚੋਂ ਕੱਖ ਪਟਾ ਰਹੇ ਨੇ, ਮੁੰਜੀ ਵਿੱਚੋਂ। ਭਾਈ ਲਹਿਣਾ ਜੀ ਵੀ ਸੰਗਤ ਨੂੰ ਦੇਖ ਕੇ ਲਾਗੇ।
ਜੀਰੀ ਵਿੱਚੋਂ ਕੱਖ ਪੁੱਟਣ ਵਾਸਤੇ। ਹੁਣ ਪਤਾ ਹੈ ਨਹੀਂ ਸੀ ਕਿ ਜੀਰੀ ਕਿਹੜੀ ਹੈ, ਕੱਖ ਕਿਹੜੇ ਨੇ। ਸਾਧ ਸੰਗਤ ਜੀ ਪੁੱਟੀ ਜਾਂਦੇ ਨੇ ਮੂੰਜੀ ਦੇ ਜੀਰੀ ਦੇ ਬੂਟੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਤੈਨੂੰ ਨਹੀਂ ਪਤਾ ਕਿ ਕੱਖ ਕਿਹੜੇ ਨੇ, ਤੂੰ ਇਸ ਤਰ੍ਹਾਂ ਕਰ, ਜਿਹੜੇ ਆ ਗੁਰਸਿੱਖਾਂ ਨੇ ਕੱਖ ਪੱਟੇ ਨੇ ਨਾ, ਦੇਖ ਲਓ ਪਾਣੀ ਦੇ ਵਿੱਚ, ਪਾਣੀ ਕਿੰਨਾ ਖੜਾ ਹੁੰਦਾ ਜੀਰੀ ਵਿੱਚ, ਆਹ ਤੂੰ ਪੰਡ ਚੁੱਕ ਲੈ, ਪੰਡ ਚੁੱਕ ਕੇ ਜਾ ਕੇ ਗੁਰੂ ਘਰ ਦੇ ਪਸ਼ੂਆਂ ਨੂੰ ਪਾ ਦੇ। ਪੋਸ਼ਾਕ ਲਿਬੜ ਗਈ, ਸਿਰ 'ਤੇ ਪੰਡ ਚੁੱਕੀ ਹੈ, ਪਾਣੀ ਚੂੰਦਾ। ਅੱਗੇ ਮਾਤਾ ਜੀ ਨੇ ਦੇਖਿਆ ਮਹਾਰਾਜ ਇਹ ਤਾਂ ਸਿੱਖ ਪਹਿਲਾਂ ਹੀ ਬੜਾ ਲੰਮਾ ਸਫ਼ਰ ਤੈਅ ਕਰਕੇ ਆਇਆ ਸੀ, ਜਲ ਪਾਣੀ ਵੀ ਨਹੀਂ ਛਕਿਆ, ਆਹ ਤੁਸੀਂ ਕੀ ਕੀਤਾ, ਇੰਨੀ ਭਾਰੀ ਪੰਡ ਦੇਖੋ, ਵਸਤਰ ਸਾਰੇ ਭਿੱਜ ਗਏ, ਇਹਦੇ ਸਿਰ 'ਤੇ ਰੱਖ ਦਿੱਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਇਹਦੇ ਸਿਰ 'ਤੇ ਪਰਲੋਕ ਦੀ ਪੰਡ ਰੱਖੀ ਹੈ, ਲੋਕ ਦੀ ਅਤੇ ਪਰਲੋਕ ਦੀ। ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਗਾਰਾ ਮਿੱਟੀ, ਇਹ ਤਾਂ ਅਤਰ ਛਿੜਕ ਹੈ, ਅਤਰ। ਇਹ ਦੁਨੀਆ ਦੇ ਨੁਕਤੇ ਤੋਂ ਇੱਕ ਦਿਨ ਚਮਕੇਗਾ ਜਿਹੜਾ ਅਤਰ ਅਸੀਂ ਛਿੜਕ ਰਹੇ ਹਾਂ। ਫਿਰ ਹੁਕਮ ਮੰਨ ਕੇ ਸੇਵਾ ਕੀਤੀ। ਸਾਧ ਸੰਗਤ ਜੀ ਸੇਵਾ ਹੁਕਮ ਦੀ ਹੁੰਦੀ ਹੈ, ਆਗਿਆ ਸਮਨੀ ਸਾਹਿਬ ਸੇਵਾ। ਜਿਹੜੇ ਆਗਿਆ ਵਿੱਚ ਰਹਿ ਕੇ ਸੇਵਾ ਕਰਦੇ ਨੇ ਨਾ, ਉਹੀ ਸਾਰਾ ਕੁਛ ਕੱਟਦੇ ਨੇ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਰਹਾ ਕਰਤਾਰ, ਧਾਨਕਾਂ ਦਾ ਰੂਪ ਧਾਰਨ ਕਰ ਲਿਆ, ਸ਼ਿਕਾਰੀਆਂ ਦਾ। ਰਾਜਸਥਾਨ ਦੇ ਵਿੱਚ ਸ਼ਿਕਾਰੀ ਨੂੰ ਧਾਨਕ ਕਹਿੰਦੇ ਨੇ। 2-4 ਚੋਲੇ ਪਾ ਲਏ, ਮੜਾਸਾ ਮਾਰ ਲਿਆ, ਹੱਥ ਵਿੱਚ ਛੋਟਾ ਪਕੜ ਲਿਆ, ਕੁੱਤੇ ਨਾਲ ਲੈ ਲਏ, ਜੰਗਲ ਦੇ ਰਸਤੇ ਵੱਲ ਤੁਰ ਪਏ ਗੁਰੂ ਨਾਨਕ ਦੇਵ ਜੀ ਮਹਾਰਾਜ। ਸਿੱਖ ਸੰਗਤਾਂ ਪਿੱਛੇ ਪਿੱਛੇ ਜਾ ਰਹੀਆਂ ਨੇ, ਸੋਟੇ ਮਾਰਦੇ ਨੇ, ਕਈ ਤਾਂ ਸੋਟਿਆਂ ਤੋਂ ਡਰਦੇ ਹੀ ਵਾਪਸ ਮੁੜ ਗਏ। ਜਿਹੜੇ ਫਿਰ ਦੇਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਅਜੇ ਵੀ ਪਿੱਛੇ ਆ ਰਹੇ ਨੇ, ਮਾਇਆ ਦਾ ਮੀਂਹ ਬਰਸਾ ਦਿੱਤਾ, ਚੁੱਕ ਕੇ ਮਾਇਆ ਵਾਪਸ ਮੁੜ ਗਏ, ਜਿਨ੍ਹਾਂ ਦੀ ਮਾਇਆ ਤੱਕ ਬਿਰਤੀ ਸੀ। ਦੇਖਿਆ ਅਜੇ ਵੀ ਬਹੁਤ ਪਿੱਛੇ ਆ ਰਹੇ ਨੇ, ਮੋਹਰਾਂ ਦੇ ਚਾਂਦੀ ਦੇ ਰੁਪਈਏ ਖੰਡਾ ਦਿੱਤੇ, ਚਾਂਦੀ ਦੇ ਰੁਪਈਏ ਚੁੱਕਣ ਲੱਗ ਗਏ। ਜਿਹੜੇ ਚਾਂਦੀ ਦੇ ਰੁਪਈਏ ਚੁੱਕਦੇ ਨੇ ਉਹ ਕਹਿੰਦੇ ਵੀ ਮੂਰਖ ਰਹੇ ਜਿਹੜੇ ਪਹਿਲਾਂ ਹੀ ਮੁੜ ਗਏ, ਮਾਇਆ ਲੈ ਕੇ ਮੁੜ ਗਏ। ਅਜੇ ਵੀ ਸਿੱਖ ਮੰਗਰ ਆ ਰਹੇ ਨੇ, ਸਿਉਨੇ ਦੀਆਂ ਮੋਹਰਾਂ ਖੰਡਾ ਦਿੱਤੀਆਂ। ਜਿਹੜੇ ਸਿਉਨੇ ਦੀਆਂ ਮੋਹਰਾਂ ਚੱਕਣ ਲੱਗ ਗਏ ਉਹ ਕਹਿੰਦੇ ਵੀ ਪਹਿਲੇ ਵੀ ਮੂਰਖ ਸੀ ਜਿਹੜੇ ਚਾਂਦੀ ਦੀਆਂ ਮੋਹਰਾਂ ਲੈ ਕੇ ਵਾਪਸ ਮੁੜ ਗਏ। ਸਾਧ ਸੰਗਤ ਜੀ ਸਾਰੀ ਦੁਨੀਆ ਮੁੜ ਗਈ, ਪਰ 5-4 ਗੁਰਸਿੱਖ ਰਹਿ ਗਏ। ਤੁਸੀਂ ਨਹੀਂ ਭਾਈ ਮੁੜਦੇ, ਡੰਡੇ ਛੋਟੇ ਖਾ ਕੇ ਵੀ ਮੰਗ ਆ ਰਹੇ ਹੋ। ਮਹਾਰਾਜ ਸਾਡਾ ਦੁਨੀਆ 'ਤੇ ਕੋਈ ਹੈ ਨਹੀਂ, ਕਿਸੀ ਕੋਈ ਕੋਏ ਮੰਝ ਨਿਵਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵੇ। ਮਹਾਰਾਜ ਉਹਨਾਂ ਦਾ ਕੋਈ ਦੁਨੀਆ 'ਤੇ ਹੋਊਗਾ, ਪਰ ਸਾਡਾ ਨਹੀਂ ਹੈ। ਸਾਡਾ ਤਾਂ ਇੱਕ ਤੂੰ ਹੀ ਹੈ, ਅਸੀਂ ਤੇਰੇ ਦਰ ਤੋਂ ਬਗੈਰ ਹੋਰ ਜਾਵਾਂਗੇ ਕਿੱਥੇ। ਉਹਨਾਂ ਦਾ ਕੋਈ ਦਰ ਹੋਣਾ ਜਿਹੜੇ ਵਾਪਸ ਮੁੜ ਗਏ। ਸਾਧ ਸੰਗਤ ਜੀ ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਪਰ ਗੁਰੂ ਦੇ ਸਿੱਖਾਂ ਦਾ ਤਾਂ ਇੱਕ ਗੁਰੂ ਹੀ ਹੋਇਆ ਕਰਦਾ ਹੈ। ਕੋਈ ਕਿਸੇ ਦਾ ਕੋਈ ਹੈ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਕੋਈ ਕਿਸੇ ਦਾ ਕੋਈ ਹੈ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਕੋਈ ਕੋਏ ਮੰਝ ਨਿਵਾਣੀ ਇੱਕ ਤੂੰ, ਕਿਉਂ ਨਾ
ਮਹਾਰਾਜ ਸਾਡਾ ਕੋਈ ਹੈ ਨਹੀਂ, ਸਾਡਾ ਜੇ ਕੋਈ ਹੋਵੇ ਫਿਰ ਅਸੀਂ ਵਾਪਸ ਜਾਈਏ। ਤੁਹਾਡੇ ਚਰਨਾਂ ਤੋਂ ਬਗੈਰ ਹੋਰ ਸਾਡਾ ਕੋਈ ਨਹੀਂ ਹੈ, ਸਾਨੂੰ ਆਸਰਾ ਹੀ ਨਹੀਂ ਦੁਨੀਆ 'ਤੇ ਕੋਈ। ਇਸ ਕਰਕੇ ਜਦੋਂ ਸੰਤ ਜੀ ਮਹਾਰਾਜ ਨੇ ਸਰੀਰ ਛੱਡਿਆ ਨਾ, ਛੋਟਿਆਂ ਨੇ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ, ਅਸੀਂ ਤਾਂ ਵੈਸੇ ਬਚਨ ਸੁਣੇ ਹੋਏ ਨੇ, ਪਰ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਸੰਗਤ ਗੁਰਸਿੱਖ ਭੇਜੇ। ਜਦੋਂ ਕਹਿੰਦੇ ਜਥੇਦਾਰ ਜੀ ਮਹਾਰਾਜ ਆਏ ਨਾ, ਗੱਡੀ ਉਹਨਾਂ ਦੀ ਲੇਟ ਹੋ ਗਈ। ਜਦੋਂ ਜਲ ਪ੍ਰਵਾਹ ਕਰਨ ਲੱਗੇ, ਉੱਚੀ ਉੱਚੀ ਭੁੱਬਾਂ ਮਾਰ ਕੇ ਰੋਏ। ਕਹਿੰਦੇ ਮਹਾਰਾਜ ਤੁਹਾਡੇ ਤੋਂ ਬਗੈਰ ਸਾਡਾ ਕੌਣ ਹੈ, ਤੁਸੀਂ ਕਿੱਥੇ ਚਲੇ ਗਏ। ਸਾਧ ਸੰਗਤ ਜੀ ਲਾਗੀ ਹੋਏ ਸੋ ਜਾਣੈ ਪੀਰ, ਆਰਾਮ ਭਗਤ ਅਨਿਆਲੇ ਤੀਰ। ਇਹ ਤਾਂ ਜਿਹਨੂੰ ਲੱਗੀ ਹੁੰਦੀ ਹੈ ਉਹੀ ਜਾਣਦਾ ਹੈ। ਜਦੋਂ ਜਥੇਦਾਰ ਜੀ ਮਹਾਰਾਜ ਨੇ ਸਰੀਰ ਛੱਡਿਆ ਨਾ, ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਨੇ, ਮਹਾਂਪੁਰਸ਼ ਗਏ, ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ, ਸਾਧ ਸੰਗਤ ਜੀ ਚੌਰ ਸਾਹਿਬ ਕਰਦੇ ਰਹੇ। ਵਾਪਸ ਜਦੋਂ ਲਾਹੌਰਾਂ ਆਏ, ਕੋਠੀ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ, ਕੁਰਸੀ 'ਤੇ ਬੈਠੇ ਰਹੇ, ਕੋਈ ਬਚਨ ਨਹੀਂ ਕੀਤਾ। ਸਿੰਘ ਕਹਿਣ ਲੱਗੇ ਮਹਾਰਾਜ ਅੰਦਰ ਚਲੇ ਜਾਓ। ਕਹਿੰਦੇ ਭਾਈ ਚਲੇ ਤਾਂ ਜਾਂਦੇ ਹਾਂ, ਪਰ ਜਥੇਦਾਰ ਜੀ ਚਲੇ ਗਏ। ਇਹ ਰਾੜਾ ਸਾਹਿਬ ਦੇ ਥੰਮ ਸਨ। ਇਹਨਾਂ ਨੇ ਬਚਨ ਮੰਨ ਕੇ, ਹੁਕਮ ਮੰਨ ਕੇ ਸੇਵਾ ਕੀਤੀ, ਖੁਸ਼ੀਆਂ ਲਈਆਂ। ਫਿਰ 12 ਸਾਲ ਕੀਰਤਨ ਦੀਆਂ ਉਹ ਝੜੀਆਂ ਲਾਈਆਂ। ਸੰਤ ਜੀ ਮਹਾਰਾਜ ਦੀ ਜਿੰਨੀ ਸੰਗਤ ਸੀ ਉਹਦੇ ਵਿੱਚ ਫਰਕ ਨਹੀਂ ਆਉਣ ਦਿੱਤਾ। ਕਹਿੰਦੇ ਭਾਈ ਜਦੋਂ ਐਡੇ ਐਡੇ ਥੰਮ ਚਲੇ ਜਾਣ ਨਾ, ਇਹ ਏਡੀਆਂ ਤਾਕਤਾਂ ਚਲੀਆਂ ਜਾਣ, ਹੁਣ ਸਾਡੇ ਸਰੀਰ ਵਿੱਚ ਵੀ ਬਹੁਤਾ ਬਲ ਨਹੀਂ ਰਿਹਾ। ਸੰਤ ਜੀ ਮਹਾਰਾਜ ਚਲੇ ਗਏ, ਫਿਰ ਛੋਟੇ ਮਹਾਰਾਜ ਜੀ ਚਲੇ ਗਏ। ਕਹਿੰਦੇ ਫਿਰ ਹੁਣ ਜਥੇਦਾਰ ਜੀ ਵੀ ਚਲੇ ਗਏ। ਇਸ ਕਰਕੇ ਭਾਈ ਜਦੋਂ ਮਹਾਂਪੁਰਸ਼ਾਂ ਦਾ ਵਕਤ ਖੀਰ ਸੀ ਨਾ 2002 ਦੇ ਵਿੱਚ, ਆਪ ਸੰਗਤਾਂ ਨੂੰ ਤਾਂ ਪਤਾ ਹੈ, ਤੁਸੀਂ ਤਾਂ ਰਜ ਰਜ ਕੇ ਸੇਵਾ ਕਰਦੇ ਰਹੇ ਹੋ। 6 ਮਹੀਨੇ ਬਸਤਾ ਬਦਲ ਲਈ 4-4 6-6 ਘੰਟੇ ਵੀ ਦੀਵਾਨ ਲਾਉਂਦੇ ਰਹੇ, ਧਾਰਨਾ ਪੜ੍ਹੀ ਜਾਣੀਆਂ ਬਰਾਕ ਦੇ ਵਿੱਚ। ਜਦੋਂ ਬੇਨਤੀ ਕਰਨੀ ਮਹਾਰਾਜ ਇੱਥੇ ਆਪ ਕੋਈ ਭਾਣਾ ਤਾਂ ਨਹੀਂ ਵਰਤਾਉਣ ਲੱਗੇ। ਕਹਿੰਦੇ ਨਹੀਂ, ਸਾਨੂੰ ਸੰਤਾਂ ਦੀ ਯਾਦ ਆਉਂਦੀ ਹੈ, ਵੱਡਿਆਂ ਦੀ। ਜਦੋਂ 31 ਅਗਸਤ ਦੀ ਬਰਸੀ ਮਨਾਉਂਦੇ, ਮਹਾਂਪੁਰਸ਼ਾਂ ਦੇ ਚਿਹਰੇ ਤੋਂ ਪਤਾ ਲੱਗਣ ਲੱਗ ਜਾਂਦਾ ਸੀ। ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਲੱਗੀ ਹੁੰਦੀ ਹੈ ਉਹੀ ਜਾਣਦੇ ਨੇ। ਹੁਣ ਸਿੱਖ ਕਹਿਣ ਲੱਗੇ ਮਹਾਰਾਜ ਸਾਡਾ ਕੋਈ ਦੁਨੀਆ 'ਤੇ ਹੈ ਨਹੀਂ, ਅਸੀਂ ਕਿਉਂ ਵਾਪਸ ਜਾਈਏ। ਡੰਡੇ ਛੋਟੇ ਮਾਰਨੇ ਸ਼ੁਰੂ ਕਰ ਦਿੱਤੇ। ਚੰਗਾ ਭਾਈ, ਫਿਰ ਜੇ ਨਹੀਂ ਜਾਣਾ ਵਾਪਸ, ਆਪਣੀ ਮਾਇਆ ਨਾਲ ਜੰਗਲ ਵਿੱਚ ਇੱਕ ਮੁਰਦਾ, ਕਿ ਉਹ ਸਾਹਮਣੇ ਮੁਰਦਾ ਪਿਆ, ਫਿਰ ਉਹਨੂੰ ਖਾਓ। ਜੇ ਸਾਡੇ ਤੋਂ ਬਗੈਰ ਤੁਹਾਡਾ ਕੋਈ ਹੈ ਨਹੀਂ ਨਾ। ਸਾਧ ਸੰਗਤ ਜੀ ਫਿਰ ਜਿਹੜੇ ਸਿੱਖ ਬਾਕੀ ਦੇ ਸੀ ਨਾ, ਬਾਬਾ ਬੁੱਢਾ ਜੀ ਵਰਗੇ, ਉਹ ਫਿਰ ਝਾੜਾਂ ਉਹਲੇ ਲੋਗੇ। ਪਰ ਭਾਈ ਲਹਿਣਾ ਜੀ ਅੱਗੇ ਆਏ। ਭਾਈ ਲਹਿਣਾ ਜੀ ਕੀ ਗੱਲ, ਤੂੰ ਨਹੀਂ ਵਾਪਸ ਚੱਲ ਜਾ, ਤੂੰ ਵੀ ਚਲਿਆ ਜਾ, ਜਾਂ ਫਿਰ ਮੁਰਦਾ ਖਾ। ਮਹਾਰਾਜ ਤੁਹਾਡਾ ਹੁਕਮ ਨਹੀਂ ਹੋਇਆ, ਕਿੱਧਰਲੇ ਪਾਸੋਂ ਖਾਵਾਂ। ਕਹਿੰਦੇ ਇਸ ਤਰ੍ਹਾਂ ਕਰ ਵੀ ਚਰਨਾਂ ਵਾਲੋਂ ਪਾਸੋਂ ਚੱਕ ਕੇ ਖਾਣਾ ਸ਼ੁਰੂ ਕਰ ਦੇ। ਮੁਰਦਾ ਤਾਂ ਹੈ ਨਹੀਂ ਸੀ ਸਾਧ ਸੰਗਤ ਜੀ, ਤਾਂ ਗੁਰੂ ਦੀ ਮਾਇਆ ਸੀ। ਜਦੋਂ ਬਸਤਰ ਚੱਕਿਆ, ਪ੍ਰਸ਼ਾਦ ਦੇ ਢੇਰ ਲੱਗੇ ਪਏ ਨੇ, ਫੁੱਲਾਂ ਦੇ ਢੇਰ ਲੱਗੇ ਪਏ ਨੇ। ਸਾਧ ਸੰਗਤ ਜੀ ਭਾਈ ਲਹਿਣਾ ਜੀ ਤਾਂ ਉਹ ਚਾਦਰ ਨੂੰ ਸੰਭਾਲਣ ਲੱਗੇ। ਮਹਾਰਾਜ ਇਹ ਤਾਂ ਪ੍ਰਸ਼ਾਦ ਹੈ, ਫੁੱਲਾਂ ਦਾ ਢੇਰ ਹੈ। ਗੁਰੂ ਨਾਨਕ ਨੇ ਭਾਈ ਲਹਿਣਾ ਜੀ ਦੇ ਚਰਨਾਂ 'ਤੇ ਨਮਸਕਾਰ ਕਰ ਦਿੱਤੇ। ਭਾਈ ਲਹਿਣਿਆ, ਤੂੰ ਅੱਜ ਤੋਂ ਗੁਰੂ ਨਾਨਕ ਆਪ ਸੇਤੀ ਮਿਕਿਓਨ, ਐ ਪੂਰਾ ਤੋਲ ਕੇ ਕਸਵੱਟੀ ਲਾ ਕੇ ਦੁਨੀਆ ਦੇ ਸਾਹਮਣੇ ਪਰਖ ਕਰਕੇ
ਛਾਤੀ ਨਾਲ ਘੁੱਟ ਕੇ ਲਾਇਆ ਕਿ ਸਾਡੀ ਜੋਤ ਹੁਣ ਤੇਰੇ ਵਿੱਚ ਕੰਮ ਕਰੇਗੀ। ਆ ਦੇਖ ਸਾਹਮਣੇ ਆਕਾਸ਼ ਵੱਲ ਝਾਕ, ਸਾਰੀਆਂ ਸ਼ਕਤੀਆਂ ਹੱਥ ਜੋੜੀ ਖੜੀਆਂ ਨੇ। ਮਹਾਰਾਜ, ਇਹ ਤਾਂ ਤੁਹਾਡੀਆਂ ਦਾਤਾਂ ਨੇ, ਤੁਹਾਡੇ ਸਾਹਮਣ ਦੀਆਂ ਨੇ, ਨਹੀਂ ਪੁਰਸ਼ਾਵਣੇ ਸਾਰੀਆਂ ਤੇਰੇ ਹਵਾਲੇ ਨੇ। ਸਾਧ ਸੰਗਤ ਜੀ, ਫਿਰ ਅੱਜ ਦੇ ਦਿਨ ਸੇਵਾ ਦੇ ਵਿੱਚ ਪਾਸ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ। ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਇਹ ਹੈ ਸੇਵਾ ਭਾਵਨਾ, ਗੁਰਸਿੱਖੀ। ਜਦੋਂ ਗੁਰਸਿੱਖ ਆਪਣੇ ਸਰੀਰ ਤੋਂ ਪਰੇ ਹੋ ਕੇ ਕਮਾਉਂਦਾ ਹੈ ਨਾ, ਉਹਦੇ ਵਿੱਚ ਆਨੰਦ ਵੀ ਉਨਾ ਹੀ ਹੁੰਦਾ ਹੈ। ਬਾਬਾ ਬਘੇਲ ਸਿੰਘ ਜੀ ਮਹਾਰਾਜ ਨੇ ਸੇਵਾ ਕੀਤੀ। ਸੇਵਾ ਭਾਵੇਂ ਸਾਰੇ ਗੁਰਸਿੱਖ ਕਰਦੇ ਸੀ, ਪਰ ਕਿਰਪਾ ਤਾਂ ਸਾਰਿਆਂ 'ਤੇ ਹੁੰਦੀ ਹੈ, ਪਰ ਕਿਸੇ 'ਤੇ ਥੋੜ੍ਹੀ, ਕਿਸੇ 'ਤੇ ਘਨੇਰੀ, ਕਿਸੇ 'ਤੇ ਬਹੁਤੀ ਹੁੰਦੀ ਹੈ। ਪਰ ਸ੍ਰੀਮਾਨ ਸੰਤ ਬਾਬਾ ਬਘੇਲ ਸਿੰਘ ਜੀ ਮਹਾਰਾਜ ਆਪ ਸੰਗਤਾਂ ਦਾ ਦਰਸ਼ਨ ਕਰਦੇ ਰਹੇ ਹੋ। ਸਾਧ ਸੰਗਤ ਜੀ, ਇਸ ਨਗਰ ਦੇ ਵਿੱਚ ਤਾਂ ਬਹੁਤ ਲੰਮਾ ਸਮਾਂ ਰਹੇ ਨੇ। ਉਹ ਤਾਂ ਇਲਾਹੀ ਜੋਤ ਸਨ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਦੀ ਜਿਹੜੀ ਘਾਲਣਾ ਸੀ ਉਹ ਆਪਣੇ ਆਪ ਵਿੱਚ ਆਪ ਸੀ। ਸੋ ਸੰਗਤਾਂ ਨੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ, ਹੋਰ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਆਪਾਂ ਸਿਰਫ ਉਹਨਾਂ ਦੀ ਯਾਦ ਮਨਾ ਸਕਦੇ ਹਾਂ। ਵੀ ਇੰਨਾ ਕੁ ਜ਼ਰੂਰ ਹੈ, ਜਿਨ ਕੇ ਦਿਨ ਮਨਾਤੇ ਹੋਂ ਉਨਕੀ ਬਾਤ ਵੀ ਮਾਨੋ। ਉਹਨਾਂ ਨੇ ਸੇਵਾ ਕੀਤੀ ਸੰਗਤਾਂ ਦੀ, ਗੁਰੂ ਨਾਨਕ ਦਾ ਰੂਪ ਜਾਣ ਕੇ, ਦਿਨ ਰਾਤ ਇੱਕ ਕਰਕੇ। ਬਈ ਜੇ ਆਪਾਂ ਉਹਨਾਂ ਦੀ ਯਾਦ ਮਨਾਉਂਦੇ ਆ ਨਾ, ਫਿਰ ਆਪਾਂ ਵੀ ਆਪਣੇ ਮਨਾਂ ਦੇ ਵਿੱਚੋਂ ਜਿਹੜੀਆਂ ਵੱਟਾਂ ਪਈਆਂ ਹੋਈਆਂ ਨੇ ਉਹ ਕੱਢ ਦਿਓ। ਕਿਉਂਕਿ ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋਵੇ ਜੋੜੀ, ਗੁਰਮੁਖ ਵੈਸੋ ਸਭਾ ਵਸਾਏ। ਇਸ ਕਰਕੇ ਭਾਈ ਸੰਗਤਾਂ ਦੇ ਵਿੱਚ ਗੁਰਸਿੱਖਾਂ ਵਾਲਾ ਪਿਆਰ ਹੋਣਾ ਚਾਹੀਦਾ। ਸੁਭਾਓ ਅੱਗੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਗੁਰੂ ਸਤੋਤਰ ਵਿੱਚ ਬੋਲੀਏ, ਫਿਰ ਅਰਦਾਸ ਵਿੱਚ ਜੁੜਨਾ, ਚੱਲ ਰਹੇ ਬਾਣੀ ਦੇ ਪ੍ਰਵਾਹ ਵਿੱਚੋਂ ਹੁਕਮਨਾਮੇ ਸਰਵਣ ਕਰਨੇ। ਸਾਰੀਆਂ ਸੰਗਤਾਂ ਨੇ, ਨਗਰ ਦੀਆਂ ਸੰਗਤਾਂ ਨੇ ਭਾਈ ਤਨ ਮਨ ਧਨ ਕਰਕੇ ਸੇਵਾ ਕਰਨੀ ਹੈ। ਇਹ ਆਪਣੇ ਨਗਰ ਦੇ ਉਹ ਭਾਗ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਸ੍ਰੀਮਾਨ ਸੰਤ ਬਾਬਾ ਬਘੇਲ ਸਿੰਘ ਜੀ ਮਹਾਰਾਜ ਦੇ ਨਾਨਕਾ ਨਗਰ ਹੈ। ਇਸ ਕਰਕੇ ਇਦੋਂ ਵੱਡਾ ਮਾਣ ਦੀ ਗੱਲ ਹੋਰ ਕੀ ਹੋ ਸਕਦੀ ਹੈ। ਉਹਨਾਂ ਮਹਾਂਪੁਰਸ਼ਾਂ ਦੇ ਇਸ ਨਗਰ ਵਿੱਚ ਚਰਨ ਪਏ ਹੋਏ ਨੇ। ਹੁਣ ਮੌਜੂਦਾ ਸਮੇਂ ਵਿੱਚ ਸੰਤ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ, ਉਹ ਵੀ ਸੰਗਤਾਂ ਨੂੰ ਦਿਦਾਰੇ ਬਖਸ਼ਦੇ ਰਹਿੰਦੇ ਨੇ। ਸੇਵਾ ਸਿਮਰਨ ਸੰਗਤਾਂ ਕਰਦੀਆਂ ਨੇ ਅਤੇ ਸੰਗਤਾਂ ਨੇ ਆਨੰਦ ਮਾਣਿਆ ਸੰਤ ਜੀ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲਾਹੌਰਾ ਸਾਹਿਬ ਵਾਲਿਆਂ ਦੇ ਚਰਨਾਂ ਦਾ। ਸੋ ਸੰਗਤ ਨੂੰ ਚਾਹੀਦਾ ਭਾਈ ਆਪਸ ਵਿੱਚ ਮੇਲ ਜੋਲ ਪ੍ਰੇਮ ਥਵਾਕ ਰੱਖੋ। ਜਦੋਂ ਗੁਰਸਿੱਖਾਂ ਦਾ ਆਪਸ ਵਿੱਚ ਪ੍ਰੇਮ ਹੋਵੇਗਾ ਨਾ, ਫਿਰ ਗੁਰੂ ਦੀ ਖੁਸ਼ੀ ਪ੍ਰਾਪਤ ਹੋਵੇਗੀ। ਸੁਆਓ ਮਹਾਂਪੁਰਸ਼ਾਂ ਦੇ ਸਥਾਨ 'ਤੇ ਗੁਰੂ ਨਾਨਕ ਸਰੋਵਰ ਜਿਹਦੀ ਨੀਂਹ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ ਆਪ ਰੱਖੀ। ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਦਾ ਹੀ ਸਥਾਨ ਹੈ। 5 ਤਰੀਕ ਤੋਂ ਲੈ ਕੇ ਉੱਥੇ ਵੀ ਨਿਰੰਤਰ ਬਾਣੀ ਦੇ ਜਾਪ ਚੱਲ ਰਹੇ ਨੇ। ਸੰਗਤਾਂ ਸੇਵਾ ਸਿਮਰਨ ਕਰਕੇ ਖੁਸ਼ੀਆਂ ਪ੍ਰਾਪਤ ਕਰੋ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਕਿਉਂਕਿ ਨਗਰ ਦੇ ਹੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਹੈ। 2-4 ਗੁਰਸਿੱਖਾਂ ਨੇ ਰਲ ਕੇ ਸੇਵਾ ਲਈ ਹੋਈ ਹੈ ਅਖੰਡ ਪਾਠ ਸਾਹਿਬ ਦੀ। ਜਿਹੜਾ ਕੱਲ੍ਹ ਭੋਗ ਪਿਆ ਉਹ ਭਾਈ ਦਰਸ਼ਨ ਸਿੰਘ ਨੇ ਸੇਵਾ ਕਰਾਈ ਸੀ ਅਖੰਡ ਪਾਠ ਸਾਹਿਬ ਦੀ। ਜਿਹੜਾ ਸਵੇਰੇ ਭੋਗ ਪੈਣੇ ਨੇ ਸਾਧ ਸੰਗਤ ਜੀ ਅਖੰਡ ਪਾਠ ਸਾਹਿਬ ਦੇ, ਉਹ ਭਾਈ ਗੁਰਧਿਆਨ ਸਿੰਘ, ਭਾਈ ਗੁਰਚਰਨ ਸਿੰਘ, ਹੋਰ ਵੀ 2-4 ਪਰਿਵਾਰ ਉਹਨਾਂ ਦੇ ਨਾਲ ਨੇ। ਉਹਨਾਂ ਵੱਲੋਂ ਬੇਨਤੀ ਹੈ, ਕਿਉਂਕਿ ਗੁਰਮੁਖ ਪਰਿਵਾਰਾਂ ਨੇ ਬੇਨਤੀ ਕੀਤੀ ਸੀ ਕਿ ਸਾਡੇ ਵੱਲੋਂ ਬੇਨਤੀ ਕਰ ਦਿਓ ਸਾਰੀ ਸੰਗਤ ਨੂੰ ਕਿ ਅੰਮ੍ਰਿਤ ਵੇਲੇ ਭੋਗ ਦੇ ਸਮੇਂ 'ਤੇ ਸਾਰੀਆਂ ਸਰਵਰ ਸੰਗਤਾਂ ਨੇ ਸਾਧ ਸੰਗਤ ਜੀ ਉੱਧਰ ਵੀ ਭੋਗ 'ਤੇ ਪਹੁੰਚਣਾ। ਭਾਈ ਬੇਨਤੀ ਹੈ ਕਿ ਸਾਰੀ ਸੰਗਤ ਨੇ ਇੱਥੇ ਵੀ ਅੱਜ ਦਾ ਦਿਨ ਦਾ ਬਤੀਤ ਹੋ ਗਿਆ, ਸਵੇਰ ਤੋਂ ਲੈ ਕੇ ਕੱਲ੍ਹ ਦੁਪਹਿਰ ਤੱਕ ਜਦੋਂ ਤੱਕ ਭੋਗ ਨਹੀਂ ਪੈਂਦਾ, ਤਨ ਮਨ ਧਨ ਕਰਕੇ ਸੇਵਾ ਕਰੋ। ਜਿਹੜਾ ਸੇਵਾ ਸਿਮਰਨ ਕਰੇਗਾ
ਉਹ ਹੀ ਗੁਰੂ ਦੀਆਂ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸਵਾਓ ਅੱਗੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ ਜੀ। ਚੱਲ ਰਹੇ ਬਾਣੀ ਦੇ ਪ੍ਰਵਾਹ ਵਿੱਚੋਂ ਫਿਰ ਹੁਕਮਨਾਮੇ ਸਰਵਣ ਕਰਕੇ ਸੰਗਤਾਂ ਨੇ ਆਰਾਮ ਕਰਨਾ। ਬੇਨਤੀ ਹੈ ਕਿ ਭਾਈ ਜਿਹਨੇ ਲੰਗਰ ਪਾਣੀ ਨਹੀਂ ਛਕਿਆ ਉਹਨਾਂ ਨੇ ਪ੍ਰਸ਼ਾਦਾ ਛਕਣਾ, ਨਹੀਂ ਤਾਂ ਚਾਹ ਦਾ ਲੰਗਰ ਤਿਆਰ ਹੈ। ਸਭ ਨੂੰ ਬੇਨਤੀ ਹੈ ਕਿ ਚਾਹ ਦਾ ਲੰਗਰ ਛਕ ਕੇ ਫਿਰ ਸੰਗਤਾਂ ਨੇ ਚਾਲੇ ਪਾਉਣੇ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਤੇਰਾ ਪੰਥ ਖਾਲਸਾ, ਧੰਨ ਹੈ।
ਸਾਧ ਸੰਗਤ ਜੀ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਤੂੰ ਠਾਕੁਰ